ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਦਰਸ਼ਕੋ, ਇਸ ਵਕਤ ਸਿੱਖ ਚੈਨਲ ਦੀ ਟੀਮ ਖੜੀ ਹੈ ਗੁਰਦੁਆਰਾ ਸਾਹਿਬ ਗਲੈਨਵੁੱਡ, ਸਿਡਨੀ, ਆਸਟ੍ਰੇਲੀਆ, ਤੇ ਤੁਹਾਨੂੰ ਰੂਬਰੂ ਕਰਾਉਣੇ ਹਾਂ ਇੱਥੇ ਦੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਸਿੰਘ ਸਾਹਿਬ, ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ, ਜਿਹੜੇ ਇੱਥੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਹਨ ਅਤੇ ਸਾਰਾ ਹੀ ਮੈਨੇਜਮੈਂਟ ਦਾ ਸੇਵਾਵਾਂ ਨਿਭਾਉਂਦੇ ਹਨ। ਜਿੱਦਣ ਦੇ ਹੀ ਆਏ ਹਾਂ ਵੇਖਦੇ ਹਾਂ ਕਿ ਜੋ ਲੰਗਰ ਦੀਆਂ ਵੀ ਸੇਵਾਵਾਂ, ਹੋਰ ਵੀ ਆਏ ਗਏ ਕਥਾਕਾਰ, ਕੀਰਤਨੀਏ, ਰਾਗੀ ਢਾਡੀ, ਉਹਨਾਂ ਦਾ ਪੂਰਾ ਸਨਮਾਨ ਵੀ ਕਰਦੇ ਹਨ। ਬਹੁਤ ਪਿਆਰ ਵਾਲੀ ਰੂਹ ਹੈ। ਤੇ ਇੰਡੀਆ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਵਿੱਚ ਵੀ ਇਹਨਾਂ ਤਖਤ ਸ੍ਰੀ ਦਮਦਮਾ ਸਾਹਿਬ ਸੇਵਾਵਾਂ ਜਿਹੜੀਆਂ ਉਹ ਨਿਭਾਈਆਂ ਹਨ। ਇਹਨਾਂ ਦੇ ਰੂਬ ਇਹਨਾਂ ਦੇ ਜ਼ਬਾਨੀ ਜਿਹੜਾ ਉਹ ਸੁਣੀਏ ਜੀ। ਸਿੰਘ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਜੀ, ਆਪਣਾ ਪਿਛੋਕੜ ਕਿਹੜਾ ਪਿੰਡ ਆ ਤੇ ਕਿੱਥੇ ਕਿੱਥੇ ਇੰਡੀਆ ਸੇਵਾਵਾਂ ਨਿਭਾਈਆਂ ਤੇ ਕਿੱਦਾਂ ਇੱਧਰ 7 ਸਮੁੰਦਰਾਂ ਤੋਂ ਬਾਅਦ ਅਡਾਰੀ ਮਾਰੀ ਤੇ ਕਿਹੜੇ ਕਿਹੜੇ ਦੇਸ਼ ਦੇ ਸੇਵਾਵਾਂ ਨਿਭਾਈਆਂ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਪਹਿਲਾਂ ਆਪਣੇ ਵੱਲੋਂ ਅਤੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਸਿੱਖ ਚੈਨਲ ਦੇ ਸਮੂਹ ਸਟਾਫ ਦਾ, ਮੈਂਬਰਾਂ ਦਾ ਧੰਨਵਾਦ ਕਰਦੇ ਹਾਂ, ਜੋ ਕਿ ਆਪਣੇ ਕੀਮਤੀ ਵਿੱਚ ਸਮੇਂ ਵਿੱਚੋਂ ਸਮਾਂ ਕੱਢ ਕੇ ਸੰਗਤਾਂ ਨੂੰ ਇੱਥੇ ਸੰਗਤਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਹੋਇਆਂ ਆਪਣੀ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਇੰਗਲੈਂਡ ਤੋਂ ਚੱਲ ਕੇ ਇੱਥੇ ਸੰਗਤਾਂ ਦੇ ਰੂਬਰੂ ਹੋਏ ਹੋ। ਆਪ ਜੀ ਨੇ ਮੇਰੇ ਬਾਰੇ ਪੁੱਛਿਆ ਹੈ। ਮੇਰਾ ਜਨਮ ਸਥਾਨ ਪਿੰਡ ਜੰਡਵਾਲਾ ਸਿਖਾਨ, ਤਹਿਸੀਲ ਸੰਗਰੀਆ, ਜ਼ਿਲ੍ਹਾ ਗੰਗਾਨਗਰ, ਰਾਜਸਥਾਨ ਤੋਂ ਹੈ। ਦਾਸ ਪਹਿਲਾਂ ਸਕੂਲੀ ਵਿੱਦਿਆ ਤੋਂ ਬਾਅਦ ਫਿਰ ਗੁਰਮਤਿ ਦੀ ਵਿੱਦਿਆ ਤਖਤ ਸ੍ਰੀ ਦਮਦਮਾ ਸਾਹਿਬ, ਜੋ ਬੁੰਗਾ ਮਸਤੂਆਣਾ ਸੰਤ ਬਾਬਾ ਅਤਰ ਸਿੰਘ ਦੀ ਜਗ੍ਹਾ ਹੈ, ਉੱਥੋਂ ਪ੍ਰਾਪਤ ਕੀਤੀ ਹੈ। 82 ਤੋਂ ਲੈ ਕੇ 86 ਤੱਕ, 87 ਤੋਂ ਲੈ ਕੇ ਫਿਰ 95 ਤੱਕ ਮੈਂ ਤਖਤ ਸ੍ਰੀ ਦਮਦਮਾ ਸਾਹਿਬ ਵੱਖ-ਵੱਖ ਗੁਰਦੁਆਰਿਆਂ 'ਚ, ਜਿਵੇਂ ਕਿ ਬਠਿੰਡੇ ਕਿਲ੍ਹਾ ਮੁਬਾਰਕ, ਹਾਜੀ ਰਤਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਕੋਟ ਸ਼ਮੀਰ ਬਤੌਰ ਮੈਨੇਜਰ, ਫਫੜੇ ਭਾਈ ਕੇ ਮੈਨੇਜਰ, ਤਖਤ ਸ੍ਰੀ ਦਮਦਮਾ ਸਾਹਿਬ 91 ਤੋਂ ਲੈ ਕੇ 95 ਤੱਕ, ਜੋ ਕਿ ਉੱਥੋਂ ਦੇ ਸਿੰਘ ਸਾਹਿਬ ਸੰਤ ਬਾਬਾ ਹਾਕਮ ਸਿੰਘ ਜੀ, ਉਹਨਾਂ ਦੇ ਬਤੌਰ ਨਾਲ ਸਹਾਇਕ ਤੌਰ 'ਤੇ ਐਜ ਏ ਸੇਵਾਦਾਰ, ਜਿਵੇਂ ਕਿ ਆਪਾਂ PA ਕਹਿ ਦਿੰਦੇ ਹਾਂ, ਅਤੇ ਤਖਤ ਸ੍ਰੀ ਦਮਦਮਾ ਸਾਹਿਬ ਮੈਂ ਜੋ ਪਾਠਾਂ ਦਾ ਇੰਚਾਰਜ ਸੇਵਾ ਕੀਤੀ ਹੈ। ਉਸ ਤੋਂ ਉਪਰੰਤ 95 ਤੋਂ ਲੈ ਕੇ 99 ਤੱਕ, 95 ਫਿਰ ਮੈਂ ਸਿੰਗਾਪੁਰ ਜੋ ਯੀਸ਼ੂਨ ਗੁਰਦੁਆਰਾ ਹੈ ਉੱਥੇ 95 ਤੋਂ ਲੈ ਕੇ 99 ਤੱਕ, 99 ਤੋਂ ਬਾਅਦ 1 ਮਹੀਨਾ ਨਿਊਜ਼ੀਲੈਂਡ ਤੋਂ ਬਾਅਦ ਫਿਰ ਇੱਥੇ 1999 ਵਿੱਚ ਮੈਂ ਇੱਥੇ ਆਇਆ ਹਾਂ ਜੀ, ਆਸਟ੍ਰੇਲੀਆ ਵਿਖੇ। ਭਾਈ ਸਾਹਿਬ ਜੀ, ਬੜਾ ਆਪਣਾ ਲੰਮਾ ਸਫ਼ਰ ਹੈ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਇੰਡੀਆ ਤੋਂ ਹੀ ਜਿਹੜੀਆਂ ਇਹ ਤੁਹਾਡੇ ਗੁਰੂ ਨਾਨਕ ਤੁਹਾਡੇ ਕੋਲ ਸੇਵਾ ਲੈ ਰਿਹਾ, ਜਿੱਦਾਂ ਤੁਸੀਂ ਗੰਗਾ ਨਗਰ ਦੱਸਿਆ, ਤੇ ਤੁਹਾਡੇ ਤੋਂ ਬਾਬਾ ਬੁੱਢਾ ਜੌਲ ਜਿਹੜਾ ਉਹ ਕਿੰਨੀ ਕੁ ਦੂਰ ਆ, ਜਦੋਂ ਕਿ ਉਹਨਾਂ ਸਮਿਆਂ ਦੇ ਵਿੱਚ ਸਿੰਘ ਜਾ ਕੇ ਤੇ ਉੱਥੇ ਗੁਰਮਤੇ ਕਰਦੇ ਹੁੰਦੇ ਸੀ? ਗੁਰਦੁਆਰਾ ਬੁੱਢਾ ਜੋੜ ਜੋ ਸਾਡੇ ਤੋਂ ਤਕਰੀਬਨ 50 ਕਿਲੋਮੀਟਰ ਹੈ ਜੀ, ਗੰਗਾ ਨਗਰ ਜ਼ਿਲ੍ਹੇ ਵਿੱਚ ਪੈਂਦਾ ਹੈ, ਜੋ ਕਿ ਮੱਸੇ ਰੰਗੜ ਦਾ ਸਿਰ ਵੱਢ ਕੇ ਸਿੰਘਾਂ ਨੇ ਜੋ ਹਨੂੰਮਾਨਗੜ੍ਹ ਗੁਰਦੁਆਰਾ ਹੈ ਉੱਥੇ ਇਤਿਹਾਸਕ, ਉਸ ਤੋਂ ਬਾਅਦ ਬੁੱਢਾ ਜੋੜ ਗਏ, ਉੱਥੇ ਸਿੰਘਾਂ ਨੇ ਫਿਰ ਇਹ ਬੁੱਢਾ ਜੋੜ ਗੁਰਦੁਆਰਾ ਦੇ ਨਾਮ ਦੇ ਨਾਲ ਉਹਨਾਂ ਇਤਿਹਾਸਕ ਗੁਰਦੁਆਰਾ ਜੀ। ਨੂੰ ਨੌਲੇਜ ਹੋਣੀ ਵੀ ਚਾਹੀਦੀ ਆ। ਫਿਰ ਤੁਸੀਂ ਆ ਗਏ ਇੱਥੇ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ, ਤੇ ਬਾਬਾ ਜੀ ਤੁਸੀਂ ਉਹ ਜਿਹੜੀਆਂ ਸੇਵਾਵਾਂ ਉੱਥੇ ਮਿਲ ਜਾਂਦੀਆਂ ਨਿਭਾਉਂਦੇ ਹੀ, ਗੁਰੂ ਨੇ ਕਿਰਪਾ ਕੀਤੀ, ਉਹ ਤੁਹਾਡੇ ਕੋਲ ਸੇਵਾਵਾਂ ਨਿਭਾ ਰਿਹਾ ਹੈ। ਤੇ ਗੁਰਦੁਆਰਾ ਸਾਹਿਬ ਬਾਰੇ ਪੁੱਛਣਾ ਚਾਹੁੰਦੇ ਹਾਂ ਕਿ ਇਹ ਸਿਡਨੀ ਦੇ ਵਿੱਚ ਇਸ ਵਕਤ ਖਲੋਤੇ ਆ, ਤੇ ਇਹ ਗੁਰਦੁਆਰੇ ਬਾਰੇ ਦੱਸੋ। ਤੇ ਇਸ ਤੋਂ ਪਹਿਲਾਂ ਵੀ ਕੋਈ ਗੁਰਦੁਆਰਾ ਇੱਥੇ ਸੀਗਾ? ਗੁਰਦੁਆਰਾ ਸਾਹਿਬ ਜੋ ਮੈਂ ਪਹਿਲਾਂ 99 ਵਿੱਚ ਆਇਆ ਤੇ 20ਵੀਂ ਗੁਰਦੁਆਰਾ ਸਾਹਿਬ ਵਿਖੇ ਉੱਥੇ ਸੇਵਾ ਕੀਤੀ। ਉਸ ਤੋਂ ਬਾਅਦ ਤਕਰੀਬਨ 2005 ਵਿੱਚ ਮੈਂ ਇਸ ਗੁਰਦੁਆਰੇ ਬਤੌਰ ਗੁਰਦੁਆਰਾ ਸਾਹਿਬ ਦੇ ਮੈਨੇਜਰ ਆਪ ਸੰਗਤਾਂ ਦੇ ਉਦਮ ਸਦਕੇ ਸੰਗਤਾਂ ਦੀ ਸੇਵਾ ਕਰ ਰਹੇ ਹਾਂ। ਇਸ ਗੁਰਦੁਆਰੇ ਦਾ ਇਤਿਹਾਸ ਜੋ ਹੈ, ਤਕਰੀਬਨ 1978 ਵਿੱਚ ਇਹ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਸੰਸਥਾ ਬਣੀ ਹੈ। 82 ਵਿੱਚ ਇਹ ਗੁਰਦੁਆਰੇ ਦੀ ਜਗ੍ਹਾ ਸੰਗਤਾਂ ਦੇ ਉਦਮ ਸਦਕੇ ਸਮੂਹ ਸੰਗਤਾਂ ਨੇ, ਜੋ ਸਿਡਨੀ ਨਿਵਾਸੀ, ਉਹਨਾਂ ਨੇ ਪੈਸੇ ਇਕੱਠੇ ਕਰਕੇ ਇਹ ਗੁਰਦੁਆਰਾ ਸਾਹਿਬ ਜੋ ਪੁਰਾਣੀ ਜਗ੍ਹਾ ਹੈ ਉਹ ਲਈ ਗਈ ਹੈ। ਉਸ ਤੋਂ ਬਾਅਦ ਪੁਰਾਣਾ ਗੁਰਦੁਆਰਾ ਹੁਣ ਆਪਣੀ ਦੇਖਿਆ ਹੋਇਆ ਡਿਮੋਲਿਸ਼ ਹੋਇਆ ਹੈ ਪਿਛਲੇ 4 ਮਹੀਨੇ ਪਹਿਲਾਂ। ਜਿਹੜਾ ਇਹ ਗੁਰਦੁਆਰਾ ਸਾਹਿਬ ਨਵੀਂ ਬਿਲਡਿੰਗ ਹੈ, ਇਹ 1995 ਵਿੱਚ ਇਹਦੀ ਨੀਂਹ ਪੱਥਰ ਰੱਖਿਆ ਗਿਆ ਸੀ ਤੇ 1997 ਵਿੱਚ ਇਸ ਗੁਰਦੁਆਰਾ ਸਾਹਿਬ ਦੀ ਓਪਨਿੰਗ ਹੋਈ ਹੈ ਜੀ। ਬਾਬਾ ਜੀ, ਇਹ ਗੁਰਦੁਆਰਾ ਸਾਹਿਬ ਜਿਹੜਾ ਕਿੰਨੇ ਏਕੜ ਜ਼ਮੀਨ ਦੇ ਵਿੱਚ ਆ?
ਤਕਰੀਬਨ ਇਹ 5 ਏਕੜ ਜ਼ਮੀਨ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ। ਸੋ ਗੁਰੂ ਪਿਆਰੋ, ਸਿਡਨੀ ਦਾ ਹਾਰਟ ਆ, ਬੜੀ ਮਹਿੰਗੀ ਜਗ੍ਹਾ, 5 ਏਕੜ ਵੇਖਿਆ ਹੀ ਫਰਮਾਨ ਆ। ਤੇ ਬਾਬਾ ਜੀ ਗੁੰਮਟ ਬੜੇ ਆਲੀਸ਼ਾਨ ਆ, ਇਹ ਗੁੰਮਟ ਬਾਰੇ ਦੱਸੋ ਵੀ ਇਹ ਕਿਹਦੀ ਸੋਚਣੀ ਆ, ਕਿਹੜੇ ਨੌਜਵਾਨ ਨੇ ਇਹਦਾ ਨਕਸ਼ਾ ਤਿਆਰ ਕੀਤਾ ਸੀ? ਜਦੋਂ ਇਹ ਗੁਰਦੁਆਰਾ ਸਾਹਿਬ 1995 'ਚ ਦੀ ਓਪਨਿੰਗ ਹੋਈ, ਉਸ ਤੋਂ ਬਾਅਦ ਸੰਗਤਾਂ ਦਾ ਵੀ ਇਹ ਮੰਗ ਸੀ ਤੇ ਨਕਸ਼ੇ ਵਿੱਚ ਵੀ ਸੀਗਾ ਵੀ ਗੁਰਦੁਆਰਾ ਸਾਹਿਬ ਵਿਖੇ ਗੁੰਮਦ ਲਾਏ ਜਾਣ। 2007 ਵਿੱਚ ਫਿਰ ਇਹ ਗੁਰਦੁਆਰੇ ਦੇ ਗੁੰਮਦ ਇੱਥੋਂ ਜਿਹੜੇ ਇਸ ਗੁਰਦੁਆਰੇ ਤਕਰੀਬਨ 6 ਗੁੰਮਦ ਹੈ, ਜਿਹੜੇ ਵਿੱਚੋਂ 6 ਗੁੰਮਦ ਇਹ ਇੰਡੋਨੇਸ਼ੀਆ ਤਿਆਰ ਕੀਤੇ ਗਏ। 7 ਮੰਜ਼ਿਲ ਵੱਡਾ ਗੁੰਮਦ ਹੈ, ਇਹ ਨਿਊ ਕਾਸਲ ਤਿਆਰ ਕੀਤਾ ਗਿਆ ਹੈ। ਇਹ ਫੈਬਰਿਕ ਦਾ ਬਣਿਆ ਹੋਇਆ, ਤਕਰੀਬਨ $4.5 ਲੱਖ ਇਸ ਗੁੰਮਦਾਂ ਤੇ ਲੱਗਿਆ ਹੈ ਤੇ ਇੰਨਾ ਖਰਚਾ ਆਇਆ। ਪਹਿਲਾਂ ਬਿਲਡਿੰਗ ਦੀ ਓਪਨਿੰਗ ਹੋਈ, ਬਾਅਦ 'ਚ ਇਹ ਤਕਰੀਬਨ 2007 ਵਿੱਚ ਇਹ ਗੁੰਮਦ ਲਾਏ ਗਏ ਜੀ। ਪਿਆਰੇ ਦਰਸ਼ਕੋ, ਵੇਖੋ ਕਿ ਕਿੰਨਾ ਆਨੰਦ ਹੋ ਰਿਹਾ ਹੈ। ਤਹਾਂ ਬਕੁੰਠ ਜਹਾਂ ਕੀਰਤਨ ਤੇਰਾ, ਐਡਾ ਵੱਡਾ ਪਾਰਕਿੰਗ ਵੀ ਆ, ਨਹੀਂ ਤੇ ਆਮ ਗੁਰਦੁਆਰਿਆਂ ਦੇ ਵਿੱਚ ਪਾਰਕਿੰਗ ਦੀ ਮੁਸ਼ਕਲ ਆਉਂਦੀ ਆ। ਤੇ ਸੰਗਤਾਂ ਜਿਹੜੀਆਂ ਵਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੀਆਂ ਵਾ ਬੜੀਆਂ ਰੌਣਕਾਂ ਲੱਗੀਆਂ ਵਾ। ਤੇ ਬਾਬਾ ਜੀ ਇੱਥੇ ਦੇ ਜਿਹੜੇ ਗੁਰਦੁਆਰੇ ਆ ਦਾ ਪ੍ਰੋਗਰਾਮ ਕੀ ਆ? ਕਿੰਨੇ ਵਜੇ ਸਵੇਰੇ ਜਿਹੜੇ ਆ ਉਹ ਕਵਾੜ ਖੋਲ੍ਹਦੇ ਆ? ਆਸਾ ਜੀ ਦੀ ਵਾਰ ਦੇ ਕੀਰਤਨ ਕਿੱਦਾਂ? ਰਾਗੀ ਢਾਡੀਆਂ ਦਾ ਕੀ ਪ੍ਰੋਗਰਾਮ ਹੈ? ਕਿਉਂਕਿ ਅਸੀਂ ਪਿਛਲੇ ਸਾਲ ਵੀ ਅੱਜ ਵੀ ਆਏ ਹਾਂ ਕਿ ਤੁਸੀਂ ਵਧੀਆ ਰਾਗੀ ਢਾਡੀ ਕਥਾਕਾਰ ਕਵੀਸ਼ਰੀਏ ਜਿਹੜੇ ਆ ਤੁਸੀਂ ਉਹਨਾਂ ਨੂੰ ਲਿਆਉਂਦੇ ਰਹਿੰਦੇ ਜੀ। ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ। ਇਹ ਗੁਰਦੁਆਰਾ ਸਾਹਿਬ ਸੰਗਤਾਂ ਦੇ ਉਦਮ ਸਦਕੇ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਇਹ ਬਿਲਡਿੰਗ ਤਿਆਰ ਕੀਤੀ ਹੈ ਤੇ ਸੰਗਤਾਂ ਤਨ ਮਨ ਧਨ ਨਾਲ ਸੇਵਾ ਕਰਦੀਆਂ ਹਨ। ਦਾਸ ਤਕਰੀਬਨ 13 ਸਾਲ ਤੋਂ ਇਸ ਗੁਰਦੁਆਰਾ ਸਾਹਿਬ ਐਜ ਏ ਮੈਨੇਜਰ ਸੇਵਾਦਾਰ ਸਮੂਹ ਸੰਗਤਾਂ ਦੇ ਉਦਮ ਸਦਕੇ ਸੰਗਤਾਂ ਦੀ ਸੇਵਾ ਕਰ ਰਿਹਾ ਹੈ। ਇਸ ਗੁਰਦੁਆਰੇ ਦਾ ਇੱਕ ਵਿਲੱਖਣਤਾ ਹੈ। 5 ਸਾਲ ਪਹਿਲਾਂ ਜੋ ਅਨੰਦਪੁਰ ਸਾਹਿਬ ਅਜੂਬਾ ਬਣਿਆ, ਉਹਨਾਂ ਦਾ ਇੱਕ ਮੈਨੇਜਰ ਆਇਆ, ਉਹਨੇ ਵੱਖ-ਵੱਖ ਗੁਰਦੁਆਰਿਆਂ ਵਿੱਚ ਵਿਜ਼ਿਟ ਕੀਤੀ। ਵਿਜ਼ਿਟ ਕਰਨ ਤੋਂ ਬਾਅਦ ਉਹ ਆਪਣੇ ਇਸ ਪਾਰਕਲੀ ਗੁਰਦੁਆਰਾ ਸਾਹਿਬ, ਪਾਰਕਲੀ ਦੇ ਨਾਮ ਦੇ ਇਹ ਮਸ਼ਹੂਰ ਹੈ, ਪਰ ਹੁਣ ਇਸ ਦਾ ਨਾਮ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਸਿੱਖ ਸੈਂਟਰ ਗੁਰਦੁਆਰਾ ਸਾਹਿਬ ਗਲੈਨਵੁੱਡ ਰੱਖਿਆ ਗਿਆ ਹੈ। ਬਾਬਾ ਜੀ ਗਲੈਨਵੁੱਡ ਕਿਹੜੇ ਏਰੀਏ ਦਾ ਨਾਂ, ਪਿੰਡ ਦਾ ਨਾਂ? ਗਲੈਨਵੁੱਡ ਇਹ ਏਰੀਆ ਦਾ ਨਾਮ ਹੈ ਜੀ, ਜਿਵੇਂ ਆਪਾਂ ਕਹਿੰਦੇ ਕੋਈ ਪਿੰਡ ਆਏ, ਇਹ ਪਿੰਡ ਵਿੱਚ ਇਸ ਦਾ ਨਾਂ ਤਾਂ ਕਰਕੇ ਗਲੈਨਵੁੱਡ ਰੱਖਿਆ ਗਿਆ ਹੈ। ਇਸ ਗੁਰਦੁਆਰੇ ਵਿੱਚ ਵੱਖ-ਵੱਖ ਸੇਵਾਵਾਂ, ਜਿਵੇਂ ਹਰ ਰੋਜ਼ ਸੁਬਾਹ ਅੰਮ੍ਰਿਤ ਵੇਲੇ 4:30 ਵਜੇ ਗੁਰਦੁਆਰਾ ਦੇ ਗੇਟ ਓਪਨ ਹੁੰਦਾ ਹੈ। ਤਕਰੀਬਨ 4:30 ਵਜੇ ਨਾਲ ਦੀ ਨਾਲ ਹੀ ਗੁਰੂ ਸਾਹਿਬ ਦੇ ਪ੍ਰਕਾਸ਼ ਹੁੰਦੇ ਹਨ। ਪ੍ਰਕਾਸ਼ ਹੋਣ ਤੋਂ ਉਪਰੰਤ 5 ਬਾਣੀਆਂ ਦਾ ਨਿਤਨੇਮ ਸੰਗਤੀ ਰੂਪ 'ਚ ਜੋ ਇੱਥੋਂ ਦੀਆਂ ਸੰਗਤਾਂ ਵੀ ਤੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬਾਨ ਕਰਦੇ ਹਨ। ਉਸ ਤੋਂ ਬਾਅਦ ਆਸਾ ਜੀ ਦੇ ਵਾਰ ਦੇ ਕੀਰਤਨ, ਫਿਰ ਮੰਡੇ ਤੋਂ ਲੈ ਕੇ ਫਰਾਈਡੇ ਤੱਕ ਇਹ ਸੇਵਾਵਾਂ। ਸੁਬਾਹ ਜੋ ਸ਼ਨੀਵਾਰ ਹੈ ਉਹ ਤਕਰੀਬਨ 4:30 ਵਜੇ ਉਹ ਗੇਟ ਖੁੱਲ੍ਹਦਾ ਹੈ ਤੇ 4:30 ਵਜੇ ਤੋਂ ਲੈ ਕੇ ਤਕਰੀਬਨ 9:30 ਵਜੇ ਤੱਕ ਆਸਾ ਜੀ ਦੇ ਵਾਰ ਦੇ ਕੀਰਤਨ। ਫਿਰ ਜਾਂ ਤਾਂ ਗੁਰਦੁਆਰਾ ਸਾਹਿਬ ਕੋਈ ਪ੍ਰੋਗਰਾਮ ਹੁੰਦਾ ਜਾਂ ਆਨੰਦ ਕਾਰਜ ਹੁੰਦੇ ਸ਼ਾਮ ਨੂੰ। ਫਿਰ 6 ਤੋਂ ਲੈ ਕੇ 8:30 ਵਜੇ ਤਕਰੀਬਨ 10:30 ਵਜੇ ਇਹ ਗੇਟ ਦੀ ਬੰਦ ਹੁੰਦਾ ਹੈ। ਸੰਗਤਾਂ ਬੜੀਆਂ ਸ਼ਰਧਾ ਤੇ ਭਾਵਨਾ ਦੇ ਨਾਲ ਸੇਵਾ ਕਰਦੀਆਂ ਹਨ। ਜਿਵੇਂ ਇੱਥੇ ਗੁਰਮਤਿ ਦੀਆਂ ਕਲਾਸਾਂ ਲੱਗਦੀਆਂ ਹਨ। ਇੱਥੋਂ ਜਿਹੜੇ ਬੱਚੇ +2 'ਚ ਉਹਨਾਂ ਨੂੰ ਨੰਬਰ ਘੱਟ ਹੁੰਦੇ ਆ, ਉਹਦੇ ਵਿੱਚ ਫ੍ਰੀ ਕਲਾਸਾਂ ਮੰਗਲਵਾਰ ਤੇ ਬੁੱਧਵਾਰ ਲਾਈ ਜਾਂਦੀਆਂ ਹਨ। ਤਕਰੀਬਨ 500 ਬੱਚਾ ਸਾਡੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਜੋ ਸਕੂਲ ਪੰਜਾਬੀ ਲੈਂਗੁਏਜ ਜਿਹੜੀ ਸਾਡੀ ਭਾਸ਼ਾ ਹੈ ਉਹਨੂੰ ਸਿਖਾਉਣ ਵਾਸਤੇ ਪ੍ਰਬੰਧ ਕੀਤਾ ਗਿਆ ਹੈ। ਜੇ ਤਕਰੀਬਨ ਸ਼ਨੀਵਾਰ ਨੂੰ 3 ਤੋਂ 5 ਤੇ 5 ਤੋਂ 7 2 ਕਲਾਸਾਂ ਇਹ ਲੱਗਦੀਆਂ ਹਨ। ਲੰਗਰ ਹਰ ਟਾਈਮ ਗੁਰੂ ਕਾ ਚੱਲਦਾ ਰਹਿੰਦਾ ਹੈ। ਤਕਰੀਬਨ ਜਦੋਂ ਸ਼ਨੀਵਾਰ ਦਾ ਲੰਗਰ ਹੁੰਦਾ ਹੈ ਉਹ ਅਪਰੋਕਸੀਮੇਟਲੀ 1800 ਤੋਂ ਲੈ ਕੇ 2000 ਤੱਕ ਲੰਗਰ ਦਾ ਖਰਚਾ ਹੁੰਦਾ ਹੈ। 2 ਮਹੀਨਿਆਂ ਤੱਕ ਸਾਡੇ ਕੋਲ ਐਡਵਾਂਸ ਬੁਕਿੰਗ ਹੈ। ਜੇ ਕੋਈ ਲੰਗਰ ਦੀ ਸੇਵਾ ਨਹੀਂ ਕਰਵਾ ਸਕਦਾ ਜਾਂ ਉਹਦੇ ਕੋਲੇ ਥੋੜ੍ਹੀ ਮਾਇਕ ਸਹਾਇਤਾ ਥੋੜ੍ਹੀ ਹੈ ਤਾਂ ਗੁਰਦੁਆਰਾ ਸਾਹਿਬ ਵੱਲੋਂ ਵੀ ਉਹਦੀ ਹੈਲਪ ਕੀਤੀ ਜਾਂਦੀ ਹੈ। ਕਿਸੇ ਤਰ੍ਹਾਂ ਦਾ ਹੁਣ ਮੈਂ ਆਪ ਜੀ ਨੂੰ ਗੱਲਾਂ ਤਾਂ ਗੁਰੂ ਦੇ ਦੁਆਰੇ ਵਾਸਤੇ ਬਹੁਤ ਹਨ, ਟਾਈਮ ਘੱਟ ਹੈ। ਤੁਸੀਂ ਮੈਨੂੰ ਪੁੱਛਿਆ ਵੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਜਾਂ ਗੁਰਦੁਆਰਾ ਸਾਹਿਬ ਇਹ ਬਣਿਆ ਹੈ ਤੇ ਕੀ ਸੇਵਾਵਾਂ ਹਨ। ਮੈਂ ਪਰਸੋਂ ਦੀ ਤੁਹਾਨੂੰ ਗੱਲ ਦੱਸਦਾ। ਇੱਕ ਥੋੜ੍ਹੀ ਜਿਹੀ ਗੱਲ ਹੈ। ਬ੍ਰਿਸਬਨ ਤੋਂ ਇੱਕ ਮੁੰਡਾ ਆਇਆ, ਉਹਨੇ ਹੋਟਲ ਕੀਤਾ। ਹੋਟਲ ਉਹਨੇ ਲਿਖਤਾ ਵੀ 12 ਮਾਰਚ 2019, ਪਰ ਉਹ ਆਇਆ ਸੀ 12 ਫਰਵਰੀ ਨੂੰ। ਹੋਟਲ ਵਾਲੇ ਕਹਿੰਦੇ ਸਾਡੇ ਕੋਲ ਕੋਈ ਜਗ੍ਹਾ ਨਹੀਂ, ਤੇਰੀ ਬੁਕਿੰਗ ਜਿਹੜੀ 12 ਮਾਰਚ ਤੂੰ ਕੀਤੀ ਹੈ ਪਰ 12 ਫਰਵਰੀ ਅੱਜ।
इस करके तैनूं असीं जगह नहीं। मैनूं तकरीबन 11:30 ਉਹਨੇ फ़ोन किया, मैनूं कहंदा भाई साहब 2 बच्चे है छोटे छोटे मेरे नाल, मैनूं होटल वाले ने जवाब दिता तो मैनूं तुसीं रखोगे इत्थे गुरुद्वारे जगह। मैं कहा भी होटल होर बथेरे बड़े आ, तू रात नूं 11:30 वजे फ़ोन कर रहा। तो कहता मैनूं कोई होटल मिल रहा। मैं भी 2 होटलों की ट्राई की पर नहीं मिलिया। मैं तकरीबन 11:15 उन्होंने कहता भी तू गुरुद्वारे आ जा, असीं तैनूं गुरुद्वारे रखांगे। तकरीबन 12:30 बजे रात को गुरुद्वारा साहब विखे आया। वो 2 बच्चे से उसनूं स्थान दिता। मैं भी तड़के उन्हें सिर्फ 1 रात ठहरना सी। ये गुरु साहब का निशान झूल रहा। देखो महाराज कहते खत्तरी ब्राह्मण सूद वैस उपदेश 4 वर्णा को साझा। ये साझा उपदेश दे रहा है, चाहे कोई हिंदू है, चाहे कोई मुसलमान है, चाहे कोई सिख है। असी इस अस्थान ते संगतां दे उद्यम सदके जो आस्ट्रेलियन सिख एसोसीएशन की प्रबंधक कमेटी है, जिन्ने चिर तो तकरीबन मैं 5 सालों तो तकरीबन 2005 तो 13 साल तो इस गुरुद्वारा साहब विखे सेवा कर रहे हैं। बड़े सुचज्जे ढंग नाल प्रबंध कर रहे हैं। जो मेरी इंटरव्यू हुई उन्हें दस्सिया, वो कहना भी तुसीं इन्नी इस गुरुद्वारा मैं ਵੱਖ-ਵੱਖ गुरुद्वारों च जा चुकिया, जिहड़ा आनंदपुर साहब तो मैनेजर आया सी। पर जो इस गुरुद्वारे की विलक्षणता है भी तुसीं अस्थान भी कोई भी आवे, लंगर पानी की सेवा, रहन की सेवा, तकरीबन 15 बॉडियां मैं अपने हत्थीं ਜਿਹੜੇ ਬੱਚਿਆਂ ਦੀਆਂ ਸਟੂਡੈਂਟਾਂ ਦੀਆਂ ਜਾਂ ਕਿਸੇ ਕਾਰਨ ਕਰਕੇ ਕੋਈ ਪ੍ਰਬੰਧ ਨਹੀਂ ਹੁੰਦਾ ਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੇਰੀ ਡਿਊਟੀ ਲਾਈ ਜਾਂਦੀ ਹੈ। ਆਪਣੇ ਹੱਥੀਂ ਬੱਚਿਆਂ ਦੀਆਂ ਬੋਡੀਆਂ ਭੇਜੀਆਂ ਆ ਔਰ ਤਕਰੀਬਨ 10 ਤੋਂ 15 ਬੋਡੀਆਂ ਆਪਣੇ ਹੱਥੀਂ ਇੱਥੇ ਸੰਸਕਾਰ ਕੀਤੀਆਂ ਉਹਨਾਂ ਦੇ ਬੱਚਿਆਂ ਦੇ। ਬਾਬਾ ਜੀ ਜਿਹੜਾ ਤੁਸੀਂ ਦੱਸਿਆ 15-14 ਬੋਡੀਆਂ, ਇਹ ਕੀ ਹੈਪਨ ਹੋਇਆ? ਲੜਾਈ ਝਗੜਾ ਜਾਂ ਕਿਦਾਂ? ਤੇ ਇਹ ਕੀ ਕਾਰਨ ਬੱਚਿਆਂ ਦਾ? कई बार की होंगे, कई बार एक जम्मू का मुंडा आया सी, उस नौजवान बच्चा सीगा, स्टूडेंट सीगा, उम्र तकरीबन 20 साल की सी, उन्होंने हार्ट का दौरा पै गया, उसकी डैथ हो गई। किसी नाल एक्सीडेंट नाल कोई डैथ हो गई, किसी की वैसे तो कोई मतलब अचानक कोई मौत हो गई है। ਵੱਖ-ਵੱਖ कारण है। उस कारणों करके जे उन्होंने कोई नींह प्रबंध होंदा तो संगतां दे उद्यम सदके आस्ट्रेलियन सिख एसोसीएशन वालों वो बॉडी का प्रबंध किया जाता है। तकरीबन हुण 5 साल तो ਹੁਣ जो ਉੱਥੋਂ ਦੀ ਗੌਰਮੈਂਟ ਸੀ ਉਹਨਾਂ ਨੇ ਇਹ ਮਤਾ ਕਰਤਾ ਵੀ ਕੋਈ ਵੀ ਸਿਟੀਜ਼ਨ ਦੀ ਡੈਥ ਹੁੰਦੀ ਹੈ ਤਾਂ ਉੱਥੋਂ ਦੀ ਇੰਡੀਆ ਹਾਈ ਕਮਿਸ਼ਨ ਉਹਦੀ ਬੋਡੀ ਦਾ ਪ੍ਰਬੰਧ ਕਰੂਗੀ। ਤਕਰੀਬਨ 7 ਬੋਡੀਆਂ ਤੋਂ 8 ਲੈ ਕੇ ਉਹ ਅਸੀਂ ਹੁਣ ਹਾਈ ਕਮਿਸ਼ਨ ਦੇ ਥਰੂ ਵੀ ਭੇਜ ਚੁੱਕੇ ਹਾਂ ਜੀ। ਸੋ ਬਾਬਾ ਜੀ ਆਪਾਂ ਗੱਲ ਕਰੀਏ ਕਿ ਸਟੂਡੈਂਟ ਬਹੁਤ ਇੱਥੇ ਆਉਂਦੇ ਵੇਖਿਆ ਗੁਰਦੁਆਰਾ ਸਾਹਿਬ ਵੀ, ਤੇ ਬੜੀ ਉਹ ਸੇਵਾਵਾਂ ਕਰਦੇ ਆ। ਸਟੂਡੈਂਟ ਬਹੁਤ ਆ ਰਿਹਾ ਇੰਡੀਆ ਤੋਂ, ਕੀ ਕਹਿਣਾ ਚਾਹੋਗੇ? ਇੱਥੇ ਸੇਵਾਵਾਂ ਵੀ ਬੜੀਆਂ ਨਿਭਾ ਰਹੇ ਆ, ਤੁਸੀਂ ਬੜਾ ਸਤਿਕਾਰ ਕਰਦੇ ਸਟੂਡੈਂਟਾਂ ਦਾ। ਦੇਖੋ ਜੀ ਜਿਹੜੇ ਬੱਚੇ ਇੱਥੇ ਆਉਂਦੇ ਆ, ਅਸੀਂ ਇਹ ਨਹੀਂ ਕਹਿੰਦੇ ਵੀ ਸਾਡੇ ਸਿੱਖਾਂ ਦੇ ਬੱਚੇ ਹੀ, ਕੋਈ ਵੀ ਬੱਚਾ ਆਵੇ, ਪਾਕਿਸਤਾਨ ਦੇ ਬੱਚੇ ਵੀ ਅਸੀਂ ਇੱਥੋਂ ਜਿਹੜੇ ਸਟੂਡੈਂਟ ਆ ਉਹਨਾਂ ਨੂੰ ਇੱਥੇ ਗੁਰਦੁਆਰਾ ਸਾਹਿਬ ਵਿਖੇ ਪ੍ਰਬੰਧਕਾਂ ਦੇ ਉਦਮ ਸਦਕੇ, ਸੰਗਤਾਂ ਦੇ ਉਦਮ ਸਦਕੇ ਇੱਥੋਂ ਰੱਖਿਆ। ਬੱਚੇ ਆਉਂਦੇ ਆ, ਸੁਬਾਹ ਸੇਵਾ ਵੀ ਬੜੀ ਕਰਦੇ ਆ, ਤਨ ਮਨ ਧਨ ਨਾਲ, ਲੰਗਰਾਂ ਦੀ ਸੇਵਾ, ਹੋਰ ਅਨੇਕ ਤਰ੍ਹਾਂ ਦੀਆਂ ਸੇਵਾ। ਤੇ ਉਹ ਸੇਵਾ ਕਰਨ ਤੋਂ ਬਾਅਦ ਆਪਦਾ ਉਹ ਸਕੂਲੀ ਪੜ੍ਹਾਈ ਵੀ ਪੜ੍ਹਦੇ ਆ ਤੇ ਬੜੀ ਉੱਚ ਵਿੱਦਿਆ ਨਾਲ ਪ੍ਰਾਪਤ ਕਰਨ ਤੋਂ ਬਾਅਦ ਫਿਰ ਇੱਥੋਂ ਉਹ ਆਪਣੀ ਸੇਵਾਵਾਂ ਪੂਰੀਆਂ ਕਰਦੇ ਨੇ। ਸੋ ਬਾਬਾ ਜੀ ਇੱਥੇ ਦੀ ਮੈਨੇਜਮੈਂਟ ਜਿਹੜੀ ਆ, ਕਮੇਟੀ ਕਿੰਨੇ ਚਿਰ ਬਾਅਦ ਬਦਲਦੀ ਆ? ਤੇ ਪਿਆਰੇ ਦਰਸ਼ਕੋ ਬੜਾ ਸਤਿਕਾਰ ਕਰਦੀ ਆ ਕਮੇਟੀ, ਅਸੀਂ ਬਿਆਨ ਨਹੀਂ ਕਰ ਸਕਦੇ। ਸਮੇਤ ਬਾਬਾ ਜੀ ਜਦੋਂ ਵੀ ਸਿੱਖ ਚੈਨਲ ਆਉਂਦਾ, ਹੁਣ ਵੇਖੋ ਅਸੀਂ ਆਏ, ਇਹਨਾਂ ਨੂੰ 1 ਰਾਤ ਪਹਿਲਾਂ ਪਤਾ ਲੱਗਾ, ਇਹਨਾਂ ਸਾਨੂੰ ਉਸ ਵੇਲੇ ਅਕਮੋਡੇਸ਼ਨ ਦੇ ਦਿੱਤੀ। ਤੇ ਬਾਬਾ ਜੀ ਮੈਂ ਤੁਹਾਡਾ ਬਹੁਤ ਖੁਸ਼ ਹਾਂ, ਧੰਨਵਾਦ ਕਰਦਾ ਇੱਥੇ ਦੀ ਕਮੇਟੀ ਦਾ ਵੀ। ਤੁਸੀਂ ਵੇਖੋ ਮੈਂ ਕੈਮਰੇ ਦੀ ਅੱਖ ਨਾਲ ਦਿਖਾਲਦੇ ਆ ਜਿੰਨੇ 3-4 ਜਿਹੜੇ ਘਰ ਆ ਇੱਥੇ ਆੜੇ ਵੱਡੇ ਵੱਡੇ ਦੇਖ ਰਹੇ ਜੇ ਗੁਰੂ ਪਿਆਰਿਓ, ਇਹ ਇਹਨਾਂ ਨੇ ਖਰੀਦੇ ਆ ਗੁਰਦੁਆਰਾ ਸਾਹਿਬ ਵਾਲਿਆਂ ਨੇ, ਜਿਹਦੇ ਕਿ ਤਕਰੀਬਨ 5-5 6-6 ਬੈਡਰੂਮ ਘਰ ਆ। ਔਰ ਕੀਰਤਨੀਏ ਆਉਂਦੇ ਆ, ਉਹਨਾਂ ਲਈ ਵੱਖਰੇ ਰੂਮ ਆ, ਕਵੀਸ਼ਰਾਂ ਲਈ ਵੱਖਰੇ ਰੂਮ ਆ, ਜਿਹੜੇ ਹੈੱਡ ਗ੍ਰੰਥੀ ਆ ਉਹਨਾਂ ਲਈ ਵੱਖਰੇ ਰੂਮ ਆ। ਤੇ ਇਹ ਬਾਬਾ ਜੀ ਕਿੰਨੇ ਘਰ ਜਿਹੜੇ ਆ ਟੋਟਲ ਖਰੀਦੇ ਆ ਇੱਕ ਬੜੀ। ਤੇ ਔਰ ਤੁਸੀਂ ਸਫਾਈ ਵੀ ਬੜੀ ਬਾਬਾ ਜੀ ਆਪ ਖੁਦ ਤੁਸੀਂ ਹੱਥੀਂ ਜਾ ਕੇ ਸੇਵਾ ਕਰਦੇ ਜੇ, ਵੇਖਿਆ ਹਰ ਇੱਕ ਕਥਾਕਾਰ ਕੀਰਤਨੀਏ ਨੂੰ ਸਿੱਖ ਚੈਨਲਾਂ ਨੂੰ ਪੁੱਛਦੇ ਜੇ ਕਿਸੇ ਦੀ ਜ਼ਰੂਰਤ ਦੀ ਚੀਜ਼ ਆ, ਤੇ ਆਪ ਜਾ ਕੇ ਸਫਾਈ ਤੱਕ ਤੁਸੀਂ ਕਰਦੇ ਜੇ ਬਾਬਾ ਜੀ। ਤੇ ਅਕਮੋਡੇਸ਼ਨ ਦਾ ਕੀ ਕਹਿਣਾ ਚਾਹੋਗੇ? ਜੀ ਤਕਰੀਬਨ 5 ਏਕੜ ਵਿੱਚ ਬਣਿਆ ਹੈ। 8 ਕਿੱਲੇ ਜ਼ਮੀਨ ਗੁਰਦੁਆਰਾ ਸਾਹਿਬ ਦੀ ਜੋ ਇਸ ਸਥਾਨ ਤੋਂ ਤਕਰੀਬਨ 10 ਕਿਲੋਮੀਟਰ ਦੇ ਦੂਰੀ 'ਤੇ ਪੈਂਦੇ ਹੈ। ਤੇ 3 ਗੁਰਦੁਆਰਾ ਸਾਹਿਬ ਦੇ ਘਰ ਹਨ। ਜੋ ਇੱਕ ਤਾਂ ਘਰ ਜੋ ਵੀ ਕੋਈ ਵਿਜ਼ਿਟਰ ਇੱਥੇ ਆਉਂਦਾ ਹੈ ਕਿਸੇ ਤਰ੍ਹਾਂ ਦਾ ਕੋਈ ਵੀ, ਉਹਨੂੰ ਉਸ ਘਰ ਜੋ ਉਹਨਾਂ ਵਾਸਤੇ ਰੱਖਿਆ ਹੈ, ਇੱਕ ਹੈੱਡ ਗ੍ਰੰਥੀ ਸਾਹਿਬ ਦੀ ਅਤੇ ਹੋਰ ਜਿਹੜੇ ਗੁਰੂ ਘਰ ਦੇ ਰਾਗੀ ਸਾਹਿਬ ਉਹਨਾਂ ਵਾਸਤੇ ਹੈ। ਸੋ ਮੈਂ ਗੱਲ ਕਰਦਾ ਸੀ ਕੰਪੋਡੀਸ਼ਨ ਬਾਰੇ, 1-2 ਮਿੰਟ ਦੀ ਫਿਰ ਗੱਲ ਹੈ, ਬਾਅਦ ਸਾਨੂੰ ਬਾਰ-ਬਾਰ ਗੱਲਾਂ ਯਾਦ ਆਉਂਦੀਆਂ। ਮੈਨੂੰ 2 ਦਿਨ ਪਹਿਲਾਂ ਫੋਨ ਆਇਆ ਇੱਕ ਗੁਜਰਾਤੀ ਦਾ, ਕਹਿੰਦਾ ਜੀ ਮੈਂ ਹੋਟਲ 'ਚ ਰਹਿ ਰਿਹਾ ਅਤੇ ਮੈਂ $400 ਦੇ ਰਿਹਾ ਅਤੇ ਮੈਨੂੰ ਤੁਸੀਂ ਜਗ੍ਹਾ ਦੇ ਦਿਓਗੇ? ਉਹ ਸਾਡੇ ਨਾਲ ਹੀ ਰਿਹਾ। ਹਾਂਜੀ,
ਮੈਂ ਕਿਹਾ ਵੀ ਜਗ੍ਹਾ ਤਾਂ ਤੁਹਾਨੂੰ ਦੇ ਦਾਂਗੇ, ਤੁਸੀਂ ਕੋਈ ਕਿੰਨੇ ਦਿਨ ਠਹਿਰਨਾ? ਕਹਿੰਦੇ ਮੈਂ 3 ਦਿਨ ਠਹਿਰਨਾ। ਮੈਂ ਕੋਈ ਗੱਲ ਨਹੀਂ, ਤੂੰ $400 ਨਾ ਦੇ, ਤੂੰ ਇੱਥੇ ਆ ਜਾ। ਅਸੀਂ ਉਹਨੂੰ ਜਗ੍ਹਾ ਦਿੱਤੀ। ਮੈਂ ਕਿਹਾ ਵੀ ਤੈਨੂੰ 3 ਦਿਨ ਦੇਵਾਂਗੇ। ਹੁਣ 3 ਦਿਨ ਬਾਅਦ ਅਸੀਂ ਕਿਹਾ ਵੀ ਤੂੰ ਹੁਣ ਆਪਦਾ ਪ੍ਰਬੰਧ ਕਰ ਲਾ। ਉਹਨੇ ਫਿਰ ਗੁਜਰਾਤੀ 'ਚ ਜਿਹੜਾ ਗੁਜਰਾਤੀ ਟੈਂਪਲ ਆ ਉਹਨੂੰ ਫੋਨ ਕੀਤਾ ਵੀ ਮੈਨੂੰ ਸਿੱਖਾਂ ਨੇ ਰੱਖਿਆ, ਤੁਸੀਂ ਰੱਖੋ 2 ਦਿਨ। ਉਹ ਆਖਦੇ ਵੀ ਅਸੀਂ ਡਾਇਰੈਕਟਰ ਨੂੰ ਪੁੱਛਦੇ ਹਾਂ, ਫਲਾਣੇ ਨੂੰ ਪੁੱਛਦੇ ਹਾਂ। ਅਖੀਰ ਨੂੰ ਜੀ ਸਮਾਨ ਲੈ ਗਿਆ ਚੱਕ ਕੇ, ਉਹਨਾਂ ਨੇ ਵੀ ਰੱਖਿਆ ਨਹੀਂ। ਦੁਬਾਰੇ ਫਿਰ ਵਾਪਸ ਆ ਕਹਿੰਦਾ ਜੀ ਮੈਨੂੰ ਉਹਨਾਂ ਨੇ ਰੱਖਿਆ ਨਹੀਂ, ਤੁਸੀਂ ਰੱਖ ਲਓ। ਮੈਂ ਕਿਹਾ ਕੋਈ ਗੱਲ ਨਹੀਂ, 2 ਦਿਨ ਹੋਰ ਰੱਖ ਲਿਆ। ਇਸ ਕਰਕੇ ਇਹ ਜਿਹੜਾ ਪ੍ਰਬੰਧ ਹੈ ਨਾ, ਇਹ ਸੰਗਤਾਂ ਦੇ ਉਦਮ ਸਦਕੇ ਹੈ। ਮੇਰਾ ਮੁਝ ਮੇਂ ਕਿਛ ਨਹੀਂ, ਜੋ ਕਿਛ ਹੈ ਕੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਤਲਾਏ। ਇਹ ਸਤਿਗੁਰੂ ਦੀ ਸੇਵਾ ਹੈ, ਸੰਗਤਾਂ ਕਰਦੀਆਂ ਜੀ। ਸੋ ਗੁਰੂ ਪਿਆਰੋ, ਜਿਹੜਾ ਇਹਨਾਂ ਨੇ ਦੱਸਿਆ ਉਹ ਸਾਡੇ ਨਾਲ ਹੀ ਰਿਹਾ ਕਿ ਵੇਖੋ ਜਿੱਥੇ ਕਿਸੇ ਨੂੰ ਢੋਈ ਨਹੀਂ ਮਿਲਦੀ, ਇਹ ਗੁਰਦੁਆਰਾ ਵਾ। ਇਹ ਇੱਥੇ ਨਹੀਂ ਵੇਂਦੇ ਹਿੰਦੂ ਆ, ਮੁਸਲਮਾਨ ਆ, ਸਿੱਖ ਆ, ਈਸਾਈ ਆ, ਸਾਰਿਆਂ ਵਾਸਤੇ ਦਰ ਖੁੱਲ੍ਹਿਆ। ਤੇ ਬਾਬਾ ਜੀ ਬੜਾ ਮਨ ਖੁਸ਼ ਆ। ਅਕਮੋਡੇਸ਼ਨ ਦੇ ਵਿੱਚ ਤੁਹਾਡਾ ਨੰਬਰ ਆ, ਜਿੰਨੇ ਬੜੇ ਬੜੇ ਤੁਹਾਂ ਘਰ ਖਰੀਦਿਆ ਤੇ ਜਿੰਨਾ ਤੁਸੀਂ ਸਤਿਕਾਰ ਕਰਦੇ ਜੇ। ਖਾਸ ਕਰਕੇ ਤੁਸੀਂ ਜਿੱਥੇ ਵੀ ਠਹਿਰਿਆ, ਕਥਾਕਾਰ, ਕੀਰਤਨੀਏ, ਸਿੱਖ ਚੈਨਲ ਵਾਲੇ, ਤੁਸੀਂ ਪੁੱਛਦੇ ਕਿਸੇ ਚੀਜ਼ ਦੀ ਲੋੜ ਤਾਂ ਨਹੀਂ, ਤੁਸੀਂ ਹੈਲਪ ਕਰਦੇ ਜੇ। ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਅਤੇ ਅਖੀਰ ਦੇ ਵਿੱਚ ਤੁਸੀਂ 1-2 ਮਿੰਟ ਦੇ ਵਿੱਚ, ਤੁਹਾਨੂੰ ਇਸ ਵਕਤ ਸਿੱਖ ਚੈਨਲ ਦੀ ਆਖਣਾ ਪੂਰੇ ਵਰਲਡ 'ਚ ਵੇਖਿਆ ਜਾ ਰਿਹਾ, ਕੀ ਸੰਗਤਾਂ ਨੂੰ ਸੁਨੇਹਾ ਦੇਣਾ ਚਾਹੋਗੇ? ਮੈਂ ਸੰਗਤਾਂ ਨੂੰ ਮੇਰਾ ਇਹੀ ਸੁਨੇਹਾ ਹੈ, ਅੰਮ੍ਰਿਤ ਨਾਮ ਹੈ ਮਿਲ ਪੀਵੋ ਭਾਈ। ਜੋ ਇਹ ਗੁਰੂ ਅਸਥਾਨ ਸੰਗਤਾਂ ਦੇ ਉਦਮ ਸਦਕੇ ਬਣਾਇਆ ਗਿਆ ਹੈ। ਸੰਗਤਾਂ ਦੇ ਉਦਮ ਸਦਕੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਤਲਾਏ। ਇਹ ਸਤਿਗੁਰੂ ਦੀ ਸੇਵਾ ਹੈ, ਕਿਸੇ ਬੰਦੇ ਦੀ ਸੇਵਾ ਨਹੀਂ। ਸਾਰੀਆਂ ਸੰਗਤਾਂ ਆਸਟ੍ਰੇਲੀਆ ਨਿਵਾਸੀ ਜੋ ਸਿਡਨੀ ਵਿੱਚ ਰਹਿ ਰਹੀਆਂ, ਉਹਨਾਂ ਨੂੰ ਬੇਨਤੀ ਹੈ ਇਸ ਗੁਰੂ ਘਰ ਵਿੱਚ ਆਓ, ਆ ਕੇ ਤਨ ਮਨ ਧਨ ਨਾਲ ਸੇਵਾ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ ਬਣੋ। ਅਤੇ ਇਹ ਸੇਵਾਵਾਂ ਆਪ ਜੀ ਨੂੰ ਦੱਸ ਦਿੱਤੀਆਂ ਹਨ। ਜੋ ਪੰਜਾਬੀ ਕਲਾਸ ਵੀ ਇੱਥੇ ਲੱਗਦੀ ਹੈ, ਜੋ ਵੱਖ-ਵੱਖ ਸਾਡੀ ਭਾਸ਼ਾਵਾਂ 'ਚ ਇੱਥੇ ਸਿਡਨੀ ਵਿੱਚ ਸਾਡੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਜੋ ਟੀਚਰ ਵੀ ਭੇਜੇ ਜਾਂਦੇ ਹੈ। ਗੁਰਮਤਿ ਦੀ ਕਲਾਸ ਲੱਗਦੀ ਹੈ, 3 ਗੁਰਮਤਿ ਦੀਆਂ ਕਲਾਸਾਂ ਲੱਗਦੀਆਂ, ਗੁਰਬਾਣੀ ਦੀ ਸੰਥਿਆ ਅਤੇ ਟਰਬਨ ਅਕੈਡਮੀ ਵੱਲੋਂ ਵੀ ਜੋ ਇੱਥੇ ਵੱਖ-ਵੱਖ ਸਮੇਂ ਵਿੱਚ ਜਦੋਂ ਵੀ ਕੋਈ ਗੁਰਪੁਰਬ ਹੁੰਦੇ ਹਨ, ਉਹਨਾਂ ਵਿੱਚ ਵੀ ਜੋ ਦਸਤਾਰ ਮੁਕਾਬਲੇ, ਦਸਤਾਰ ਦੇ ਸਿਖਲਾਈ ਦੇ ਵੀ ਸੈਂਟਰ ਹਨ। ਅਨੇਕ ਤਰ੍ਹਾਂ ਦੀ ਇਸ ਗੁਰੂ ਘਰ ਸੇਵਾ ਹਨ। ਸੰਗਤਾਂ ਨੂੰ ਰਲ ਕੇ ਬੇਨਤੀ ਹੈ ਕਿ ਸੰਗਤਾਂ ਗੁਰੂ ਘਰ ਆਓ, ਆਪਣੀ ਸੇਵਾ ਤਨ ਮਨ ਧਨ ਨਾਲ ਸੇਵਾ ਕਰਕੇ ਲੋਕ ਸੁਖੇ ਪਰਲੋਕ ਸੁਹੇਲੇ ਬਣੋ। ਮੈਂ ਆਪ ਜੀ ਦਾ ਟੀਮ ਦਾ ਆਪਣੇ ਵੱਲੋਂ ਤੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਧੰਨਵਾਦ ਕਰਦੇ ਹਾਂ ਜੋ ਆਪ ਜੀ ਨੇ ਸੰਗਤਾਂ ਦੇ ਰੂਬਰੂ ਕਰਵਾਇਆ ਜੀ। ਸੋ ਅਸੀਂ ਵੀ ਪਿਆਰੇ ਦਰਸ਼ਕੋ, ਗੁਰਦੁਆਰੇ ਦੇ ਮੈਨੇਜਮੈਂਟ ਸਾਰੀ ਜਿੰਨੀ ਵੀ ਹੈਗੀ ਆ, ਬੜੇ ਸੁਲਝੇ ਪੜ੍ਹੇ ਲਿਖੇ ਸਾਰੇ ਸੇਵਾਦਾਰ ਆ ਤੇ ਬਹੁਤ ਸਤਿਕਾਰ ਕਰਦੇ ਆ ਸਿੱਖ ਚੈਨਲ ਦਾ। ਤੇ ਸਾਡੇ ਨਾਲ ਜਿਹੜੀ ਆ ਟਰਮਨ ਅਕੈਡਮੀ ਜਿਹੜੀ ਆ ਆਸਟ੍ਰੇਲੀਆ, ਉਹਦੇ ਨੌਜਵਾਨ ਕੁਲਵਿੰਦਰ ਸਿੰਘ ਜਗਰਾਉਂ ਵੀ ਖੜ੍ਹੇ ਆ। ਅਤੇ ਕੁਲਵਿੰਦਰ ਸਿੰਘ ਜਗਰਾਉਂ ਜੀ, ਤੁਹਾਡਾ ਵੈਲਕਮ। ਅਤੇ ਆਓ ਹੁਣ ਆਪਾਂ ਤੁਹਾਨੂੰ ਲੈ ਜਾਈਏ ਇਹ ਗਲੈਨਵੁੱਡ। ਬਹੁਤਿਆਂ ਨੂੰ ਪਤਾ ਨਹੀਂ ਗਲੈਨਵੁੱਡ ਗੁਰਦੁਆਰਾ, ਗਲੈਨਵੁੱਡ ਪਿੰਡ ਆਪਾਂ ਲੈ ਜਾਈਏ ਅਤੇ ਨਾਲੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ। 1-2 ਮਿੰਟ 'ਚ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਬਹੁਤ ਧੰਨਵਾਦ ਤੁਹਾਡਾ ਸਿੱਖ ਚੈਨਲ ਟੀਮ ਜੋ ਵਿਸ਼ੇਸ਼ ਤੌਰ 'ਤੇ ਸਾਡੇ ਪਾਸ ਆਸਟ੍ਰੇਲੀਆ ਪਹੁੰਚੇ ਹੋ। ਸਰਦਾਰ ਬੱਲ ਜੀ ਜੋ ਇਸ ਸਿੱਖ ਚੈਨਲ ਦੇ ਕਰਤਾ ਧਰਤਾ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਜਿਹੜਾ ਸਿੱਖ ਚੈਨਲ ਰਾਹੀਂ ਤੁਸੀਂ ਸਿੱਖੀ ਦੀ, ਪੰਜਾਬੀਅਤ ਦੀ ਸੇਵਾ ਨਿਭਾ ਰਹੇ ਹੋ ਵਿਦੇਸ਼ਾਂ ਦੇ ਵਿੱਚ ਜਾ ਕੇ, ਇਹ ਬਹੁਤ ਹੀ ਸ਼ਲਾਘਾਯੋਗ ਤੁਹਾਡਾ ਉਪਰਾਲਾ। ਬਾਕੀ ਭਾਈ ਸਾਹਿਬ ਨੇ ਤੁਹਾਨੂੰ ਬਹੁਤ ਸਾਰੀ ਜਾਣਕਾਰੀ ਦੇ ਦਿੱਤੀ ਹੈ ਇਸ ਗੁਰਦੁਆਰਾ ਸਾਹਿਬ ਬਾਰੇ। ਜਿੱਦਾਂ ਇਹਨਾਂ ਨੇ ਦੱਸਿਆ 1977-78 ਦੇ ਵਿੱਚ ਜਿਹੜੇ ਸੇਵਾਦਾਰਾਂ ਨੇ ਸੇਵਾਵਾਂ ਨਿਭਾਈਆਂ, ਉਹ ਬਜ਼ੁਰਗਾਂ ਦਾ ਬਹੁਤ ਧੰਨਵਾਦ ਕਰਨਾ ਬਣਦਾ, ਜੋ ਉਹਨਾਂ ਨੇ ਜ਼ਮੀਨ ਲੈ ਕੇ ਆਉਣ ਵਾਲੀਆਂ ਪੀੜ੍ਹੀਆਂ ਜੋ ਸਾਡੀਆਂ ਆਨੰਦ ਮਾਣ ਰਹੀਆਂ ਨੇ। ਮੈਂ ਤਕਰੀਬਨ 1989 ਤੋਂ ਇਸ ਸ਼ਹਿਰ ਸਿਡਨੀ ਵਿੱਚ ਰਹਿ ਰਿਹਾ। ਜਿੱਦਾਂ ਭਾਈ ਸਾਹਿਬ ਨੇ ਦੱਸਿਆ, ਪਹਿਲਾਂ ਉਸ ਜਗ੍ਹਾ 'ਤੇ ਇੱਕ ਕਮਰਾ ਜਿੱਥੇ ਪ੍ਰਕਾਸ਼ ਹੁੰਦਾ ਸੀ, ਤਕਰੀਬਨ ਐਤਵਾਰ ਵਾਲੇ ਦਿਨ 40-50 ਦੀ ਗਿਣਤੀ ਦੇ ਵਿੱਚ ਸੰਗਤ ਆਉਂਦੀ ਹੁੰਦੀ ਸੀ। ਅਤੇ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਸੰਗਤਾਂ ਪਹੁੰਚਦੀਆਂ ਨੇ। ਸੋ ਇਹ ਗੁਰੂ ਸਾਹਿਬ ਦਾ ਸ਼ੁਕਰਾਨਾ, ਇਹ ਜਿਨ੍ਹਾਂ ਨੇ ਸੇਵਾਵਾਂ ਨਿਭਾਈਆਂ, ਸੇਵਾਦਾਰਾਂ ਦਾ ਧੰਨਵਾਦ। ਬਾਕੀ ਦਾਸ ਟਰਬਨ ਅਕੈਡਮੀ ਆਸਟ੍ਰੇਲੀਆ ਵੱਲੋਂ ਤੁਹਾਡਾ ਸਾਰੇ ਸਿੰਘਾਂ ਦਾ ਧੰਨਵਾਦ ਕਰਦਾ, ਜੋ ਵਿਸ਼ੇਸ਼ ਤੌਰ 'ਤੇ ਸਾਡੇ ਭਾਜੀ ਜਗਤਾਰ ਸਿੰਘ, ਵੀਰ ਲਾਲੀ,
ਸਰਵਰਿੰਦਰ ਸਿੰਘ ਰੂਮੀ ਜੋ ਸਿਡਨੀ 'ਚ ਕਵਰੇਜ ਕਰਦੇ ਨੇ, ਇਹਨਾਂ ਸਾਰਿਆਂ ਵੀਰਾਂ ਦਾ, ਹਾਂ ਗੁਰਤੇਜ ਸਿੰਘ ਮੈਲਬਨ ਤੋਂ, ਇਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਬਹੁਤਾ ਸਮਾਂ ਨਹੀਂ ਲੈਂਦੇ, ਆਓ ਹੁਣ ਤੁਹਾਨੂੰ ਗਲੈਨਵੁੱਡ ਪਿੰਡ ਦੀ ਸੈਰ ਕਰਾਉਂਦੇ ਹਾਂ। ਸੋ ਨਾਲ ਹੀ ਕੈਮਰਾਮੈਨ ਪੁਰੇਵਾਲ ਵੀ ਇੱਥੇ ਹੈਗੇ ਆ, ਦਮਨ ਅਜੀਤ ਸਿੰਘ ਜੀ ਬੜੀਆਂ ਸੇਵਾਵਾਂ ਨਿਭਾ ਰਿਹਾ, ਬੜਾ ਇੰਟੈਲੀਜੈਂਟ ਸਟਾਫ ਆ। ਤੇ ਬਾਬਾ ਜੀ ਨੇ ਹੁਣ ਸੇਵਾਵਾਂ ਨਿਭਾਉਣੀਆਂ ਵਾ, ਮੈਨੇਜਮੈਂਟ ਵੇਖਣਾ ਵਾ, ਅੰਦਰ ਗੁਰਦੁਆਰਾ ਸਾਹਿਬ 'ਚ ਬਾਬਾ ਜੀ ਦੀ ਵੇਟ ਕਰ ਰਹੇ ਆ। ਤੇ ਬਾਬਾ ਜੀ ਦਾ ਤੇ ਅਸੀਂ ਸਾਰੀ ਮੈਨੇਜਮੈਂਟ ਕਮੇਟੀ ਦਾ ਜੋ ਬੜਾ ਸਤਿਕਾਰ ਕਰਦੇ ਆ, ਬੜੀਆਂ ਸੇਵਾਵਾਂ ਨਿਭਾਉਂਦੇ ਆ। ਸਿੱਖ ਚੈਨਲ ਦਾ ਬਹੁਤ ਨਾਲ ਪਿਆਰ ਆ। ਤੇ ਬਾਬਾ ਜੀ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਜਿਹੜੇ ਮੈਨੇਜਰ ਆ ਇੱਥੇ ਦੇ, ਉਹਨਾਂ ਵੀ ਆਪਣਾ ਬੜਾ ਕੀਮਤੀ ਟਾਈਮ ਜਿਹੜਾ ਕੱਢਿਆ, ਉਹਨਾਂ ਦਾ ਵੀ ਅਸੀਂ ਬਾਬਾ ਜੀ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਸਿੱਖ ਚੈਨਲ ਦੀ ਸਾਰੀ ਟੀਮ ਵੱਲੋਂ ਧੰਨਵਾਦ ਆ। ਤੇ ਹੋਈਆਂ ਭੁੱਲਾਂ ਚੱਕਾਂ ਦੀ ਮਾਫੀ, ਤੁਹਾਨੂੰ ਇੱਥੇ ਹੀ ਫਤਿਹ ਬੁਲਾਉਂਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਆਓ ਕੁਲਵਿੰਦਰ ਸਿੰਘ ਜੀ, ਆਪਾਂ ਲੈ ਚਲੀਏ ਤੁਹਾਨੂੰ ਗਲੈਨਵੁੱਡ ਪਿੰਡ ਦੇ ਵਿੱਚ, ਤੇ ਉੱਥੇ ਦੇ ਤੁਹਾਨੂੰ ਪਾਰਕ, ਉੱਥੇ ਦੇ ਨਜ਼ਾਰੇ ਜਿਹੜੇ ਆ ਤੁਹਾਨੂੰ ਵਿਖਾਲਦੇ ਆ। ਵੇਖਦੇ ਰਹੋ ਸਿੱਖ ਚੈਨਲ ਦੀ ਅੱਖ ਦੇ ਨਾਲ ਜੀ। ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਹੁਣ ਆਪਾਂ ਗੁਰਦੁਆਰਾ ਸਾਹਿਬ ਗਲੈਨਵੁੱਡ ਸਿਡਨੀ ਤੋਂ ਜਾ ਰਹੇ ਹਾਂ ਤੁਹਾਨੂੰ ਗਲੈਨਵੁੱਡ ਪਿੰਡ ਦੀ ਸੈਰ ਕਰਾਉਣ। ਗੁਰਦੁਆਰਾ ਸਾਹਿਬ ਦੀ ਪਾਰਕਿੰਗ 'ਚੋਂ ਆਪਾਂ ਜਿੱਥੇ ਪਹਿਲਾਂ ਗੁਰਦੁਆਰਾ ਸਾਹਿਬ ਹੁੰਦਾ ਸੀਗਾ, ਜਿੱਥੇ ਜਦੋਂ ਪਹਿਲਾਂ ਬਿਲਡਿੰਗ ਲਈ ਸੀ, ਜ਼ਮੀਨ ਲਈ ਸੀ, ਇੱਥੇ ਪੁਰਾਣੀ ਬਿਲਡਿੰਗ ਹੁੰਦੀ ਸੀ, ਜਿੱਥੇ ਉਹ ਦਰਖਤ ਤੁਹਾਨੂੰ ਨਜ਼ਰ ਆ ਰਿਹਾ ਸਾਹਮਣੇ। ਇਸ ਜਗ੍ਹਾ ਤੇ ਹੁਣ ਸਕੂਲ, ਪੰਜਾਬੀ ਸਕੂਲ ਚੱਲ ਰਿਹਾ, ਜਿੱਥੇ ਤਕਰੀਬਨ 500 ਦੇ ਕਰੀਬ ਬੱਚੇ ਸੈਟਰਡੇ ਸੰਡੇ ਹਰੇਕ ਵੀਕਐਂਡ ਤੇ ਕਲਾਸਾਂ ਲਾਉਣ ਆਉਂਦੇ ਨੇ। ਇਸ ਜਗ੍ਹਾ ਤੇ ਜਿਹੜਾ ਗੁਰਦੁਆਰਾ ਸਾਹਿਬ ਹੁੰਦਾ ਸੀਗਾ, ਉਹ ਸਾਹਮਣੇ ਜਿਹੜਾ ਤੁਸੀਂ ਵੇਖ ਰਹੇ ਹੋ ਕੈਮਰੇ ਦੀ ਅੱਖ ਨਾਲ, ਉੱਥੇ ਪੰਜਾਬੀ ਦੀਆਂ ਗੁਰੂ ਨਾਨਕ ਪੰਜਾਬੀ ਸਕੂਲ ਜੋ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਚਲਾ ਰਹੀ, ਬੜੇ ਸੁਚੱਜੇ ਢੰਗ ਨਾਲ ਇੱਥੇ ਤਕਰੀਬਨ 4 ਤੋਂ 500 ਦੇ ਕਰੀਬ ਬੱਚੇ ਪੜ੍ਹਨ ਆਉਂਦੇ ਨੇ। ਇਹਦੇ ਬਾਰੇ ਜੇ ਦੱਸਾਂ ਤਾਂ ਤਕਰੀਬਨ 30 ਤੋਂ 40% ਆਪਣੇ ਸਿੱਖਾਂ ਦੀ, ਪੰਜਾਬੀਆਂ ਦੀ ਵਸੋਂ ਆ। ਤਕਰੀਬਨ ਹਰੇਕ ਸਟਰੀਟ 'ਚ ਤੁਹਾਨੂੰ 3-4 ਘਰ ਤੇ ਇਸ ਤੋਂ ਜ਼ਿਆਦਾ ਘਰ ਜਿਹੜੇ ਆ ਉਹ ਮਿਲਣਗੇ। ਹੁਣ ਆਪਾਂ ਮਿਊਰੈਂਟਸ ਲੇਨ ਤੇ ਜਾ ਰਹੇ ਹਾਂ, ਜੋ ਕਿ ਗਲੈਨਵੁੱਡ ਦੀ ਇੱਕ ਮੇਨ ਰੋਡ ਆ। ਇਹ ਗੁਰਦੁਆਰਾ ਸਾਹਿਬ ਦੇ 2 ਘਰ ਨੇ ਜੋ ਤੁਹਾਨੂੰ ਨਜ਼ਰ ਆ ਰਹੇ ਨੇ ਕੈਮਰੇ ਦੀ ਅੱਖ ਨਾਲ। ਹੁਣ ਇਹ 2 ਗੁਰਦੁਆਰਾ ਸਾਹਿਬ ਦੇ ਘਰ ਨੇ। ਜਿਹੜੇ ਘਰ ਹਨ, ਕੁਲਵਿੰਦਰ ਸਿੰਘ ਜੀ ਵੀ ਸਾਰਾ ਗਲੈਨਵੁੱਡ 'ਚ ਹੀ ਆਉਂਦਾ, ਆ ਸਭ ਗਲੈਨਵੁੱਡ ਏਰੀਆ ਹੈ, ਉਹਦੇ ਇਹ ਸਾਰੇ ਘਰ ਹਨ। ਪਿਆਰੇ ਦਰਸ਼ਕੋ, ਵੇਖ ਰਹੇ ਜੇ ਕਿ ਕਿੱਡੇ ਸੋਹਣੇ ਸੋਹਣੇ ਜਿਹੜੇ ਘਰ ਹਨ, ਕਿਉਂਕਿ ਹਰ ਇੱਕ ਨੂੰ ਜਿਹੜਾ ਉਹ ਸ਼ੌਂਕ ਹੁੰਦਾ ਹੈ ਘਰਾਂ ਦਾ। ਵਧੀਆ ਜੌਬ ਹੋਵੇ, ਵਧੀਆ ਜਿਹੜੀ ਆ ਉਹ ਗੱਡੀ ਹੋਵੇ। ਸੋ ਆਪ ਵੇਖ ਰਹੇ ਜੇ ਸਾਹਮਣੇ ਵੀ ਬਿਲਕੁਲ ਕੈਮਰੇ ਦੇ ਕਿ ਕਿੱਡੇ ਆਲੀਸ਼ਾਨ ਘਰ ਹਨ। ਇਹ ਸਾਰੇ ਖੁਸ਼ੀ ਦੀ ਗੱਲ ਹੈ ਕਿ ਪੰਜਾਬੀਆਂ ਦੇ ਘਰ ਹਨ। ਔਰ ਬਹੁਤ ਵਧੀਆ ਘਰ ਹਨ। ਪੰਜਾਬੀਆਂ ਨੇ ਜਿੱਥੇ ਵੀ ਗਏ 7 ਸਮੁੰਦਰਾਂ ਤੋਂ ਪਾਰ ਬਹੁਤ ਹੀ ਮੱਲਾਂ ਮਾਰੀਆਂ ਹਨ। ਤੁਹਾਨੂੰ ਵਿਖਾਵਾਂਗੇ ਜੋ ਕਿ ਗਲੈਨਵੁੱਡ ਦੀ ਇੱਕ ਬਹੁਤ ਵੱਡੀ ਪਾਰਕ ਆ, ਜਿੱਥੇ ਬੜੀ ਖੁਸ਼ੀ ਨਾਲ ਤੁਹਾਨੂੰ ਦੱਸਦਾ ਇਸ ਗੱਲ ਨੂੰ ਕਿ ਬੜੀ ਮਾਣ ਵਾਲੀ ਗੱਲ ਆ ਕਿ ਸਾਡੇ ਸਿੱਖ ਭਾਈਚਾਰੇ ਦੇ ਵਿੱਚੋਂ ਆਸਟ੍ਰੇਲੀਆ ਤੇ ਸਿਡਨੀ ਦੇ ਵਿੱਚ ਸਰਦਾਰ ਮਨਿੰਦਰ ਸਿੰਘ ਜੋ ਬਲੈਕਟਾਊਨ ਏਰੀਏ ਦੇ ਕਾਉਂਸਲਰ ਨੇ, ਤੇ ਦੂਸਰੇ ਸਾਡੇ ਜਿਹੜੇ ਕਾਉਂਸਲਰ ਉਹਨਾਂ ਦਾ ਨਾਮ ਕੈਵਨ ਗਿੱਲੀ, ਉਹਨਾਂ ਦੀਆਂ ਮਿਹਨਤਾਂ ਦੇ ਸਦਕਾ ਇੱਥੇ ਓਪਨ ਜਿਮ ਬਣਾਈ ਗਈ ਆ, ਜੋ ਕਿ ਤਕਰੀਬਨ 80-90 ਹਜ਼ਾਰ ਡਾਲਰ ਲਾ ਕੇ ਸਾਡੀਆਂ ਸਿੱਖ ਸੰਗਤਾਂ ਵਾਸਤੇ, ਪੰਜਾਬੀਆਂ ਵਾਸਤੇ ਤੇ ਹੋਰ ਕਮਿਊਨਿਟੀਆਂ ਵਾਸਤੇ। ਪਿਆਰੇ ਦਰਸ਼ਕੋ, ਅਸੀਂ ਪਹੁੰਚ ਗਏ ਹਾਂ ਗਲੈਨਵੁੱਡ ਪਾਰਕ ਦੇ ਵਿੱਚ, ਤੇ
ਵੇਖ ਰਿਹਾ ਜੇ ਬੱਚੇ ਕਿਸ ਤਰ੍ਹਾਂ ਇੱਥੇ ਖੇਡ ਰਹੇ ਆ ਗੇਮਾਂ, ਕਿਉਂਕਿ ਹੈਲਥ ਦਾ ਬਹੁਤ ਜ਼ਰੂਰੀ ਆ ਔਰ ਸਾਰੇ ਬੱਚੇ ਛੋਟੀ ਏਜ ਦੇ ਵੀ ਵੱਡੀ ਏਜ ਦੇ ਵੀ ਗੇਮਾਂ ਦੇ ਨਾਲ ਬਹੁਤ ਇੰਟਰਸਟ ਕਰਦੇ ਆ। ਤੇ ਭਾਈ ਸਾਹਿਬ ਕੋ ਥੋੜ੍ਹਾ ਜਿਹਾ ਆਪਾਂ ਪੁੱਛਦੇ ਹਾਂ। ਸਾਡੇ ਨਾਲ ਇੱਥੇ ਆਪਣੇ ਸਰਦਾਰ ਜਿਹੜੇ ਆ ਉਹ ਖੜੇ, ਉਹਨਾਂ ਨੂੰ ਪੁੱਛਦੇ ਹਾਂ ਪਾਰਕ ਬਾਰੇ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਇਹ ਭਾਈ ਸਾਹਿਬ ਜੀ ਆਪਣਾ ਸ਼ੁਭ ਨਾਮ ਕੀ ਤੁਹਾਡਾ? ਮੇਰਾ ਨਾਮ ਹਰਜੀਤ ਸਿੰਘ ਗਰੇਵਾਲ, ਕਰੀਵਾਲ ਸਾਹਿਬ ਜੀ। ਆਪਣਾ ਪਿੱਛੋਂ ਕਿਹੜਾ ਪਿੰਡ ਆ? ਛੋਟਾ ਨਾਰੰਗਵਾਲ, ਲੁਧਿਆਣਾ ਡਿਸਟ੍ਰਿਕਟ 'ਚ। ਵਾਹ ਜੀ ਵਾਹ। ਤੇ ਅੱਜ ਕੱਲ ਸਰਵਿਸ ਕਰਦੇ ਕਿ ਰਿਟਾਇਰ ਹੋਏ? ਨਹੀਂ, ਮੈਂ ਰਿਟਾਇਰ ਹੋ ਗਿਆ ਜੀ। ਕੀ ਸਰਵਿਸ ਕਰਦੇ ਸੀ ਤੁਸੀਂ? ਉੱਥੇ ਇੰਡੀਆ 'ਚ ਤਾਂ ਮੈਂ ਵਿੰਗ ਕਮਾਂਡਰ ਸੀਗਾ ਜੀ, 에ਅਰ ਫੋਰਸ 'ਚ। ਤੇ ਉੱਥੋਂ ਪ੍ਰੀਮੈਚੁਰ ਰਿਟਾਇਰਮੈਂਟ ਲੈ ਕੇ 22 ਸਾਲ ਪਹਿਲਾਂ ਇੱਥੇ ਆ ਗਏ ਸੀ। ਇੱਥੇ ਕੀ ਸਰਵਿਸ ਕੀਤੀ ਫਿਰ? ਇੱਥੇ ਮੈਂ 2 ਸਾਲ ਜਦ ਤੱਕ ਸਿਟੀਜ਼ਨ ਨਹੀਂ ਬਣਿਆ ਉਦੋਂ ਤੱਕ ਯੂਨੀਵਰਸਿਟੀ ਆਫ ਨਿਊ ਸਾਊਥ ਵੇਲ ਦੇ ਵਿੱਚ ਸੀਗਾ। ਫਿਰ ਉਸ ਤੋਂ ਬਾਅਦ ਮੈਨੂੰ ਇੱਥੇ ਟੈਕਸ ਆਫਿਸ ਦੇ ਵਿੱਚ ਜੌਬ ਮਿਲ ਗਈ, ਕੰਪਲਾਇੰਸ ਦੇ ਵਿੱਚ। ਫਿਰ ਮੈਂ ਇੱਥੇ ਪੜ੍ਹਾਈ ਕੀਤੀ ਮਾਸਟਰ ਆਫ ਟੈਕਸੇਸ਼ਨ, ਤੇ ਉਸ ਤੋਂ ਬਾਅਦ ਮੈਨੂੰ ਇਹਨਾਂ ਨੇ ਮੈਨੇਜਰ ਲਾਤਾ। ਬਹੁਤ ਵਧੀਆ, ਬਹੁਤ ਵਧੀਆ। ਤੇ ਮੈਂ ਕਹੂੰਗਾ ਕੁਲਵਿੰਦਰ ਸਿੰਘ ਨੂੰ, ਕਿਉਂਕਿ ਇੱਥੇ ਦੇ ਬਾਰੇ ਜ਼ਿਆਦਾ ਜਾਣਦੇ ਆ ਕਿ ਹਾਂਜੀ ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਆਪ ਜੀ ਨੂੰ ਦੱਸਿਆ ਸੀ, ਗੁਰਦੁਆਰਾ ਸਾਹਿਬ ਗਲੈਨਵੁੱਡ ਤੋਂ ਆਪਾਂ ਚੱਲਦੇ ਹੋਏ ਇੱਥੇ ਤੁਹਾਨੂੰ ਪਾਰਕ ਦੇ ਵਿੱਚ ਲੈ ਕੇ ਆਏ ਆ, ਜੋ ਕਿ ਗਲੈਨਵੁੱਡ ਦੀ ਇੱਕ ਬਹੁਤ ਵੱਡੀ ਪਾਰਕ ਆ। ਮੈਂ ਦੱਸ ਰਿਹਾ ਸੀਗਾ ਸਰਦਾਰ ਮਨਿੰਦਰ ਸਿੰਘ ਜੋ ਕਿ ਸਾਡੇ ਬਲੈਕ ਟਾਊਨ ਦੇ ਕਾਉਂਸਲਰ ਨੇ, ਤੇ ਕੈਵਨ ਗਿੱਲੀ, ਉਹਨਾਂ ਦੇ ਉਦਮ ਸਦਕਾ ਇੱਥੇ ਬਹੁਤ ਹੀ ਵਧੀਆ ਜਿਹੜੀ ਓਪਨ ਜਿਮ ਬਣਾਈ ਗਈ ਹੈ। ਮੈਂ ਤੁਹਾਨੂੰ ਕੈਮਰੇ ਦੀ ਅੱਖ ਨਾਲ ਵਿਖਾਉਂਦੇ ਆ, ਜੋ ਤਕਰੀਬਨ 80-90 ਹਜ਼ਾਰ ਡਾਲਰ ਲਾ ਕੇ ਥੋੜ੍ਹਾ ਸਮਾਂ ਪਹਿਲਾਂ ਹੀ ਬਣਾਈ ਗਈ ਆ, ਜਿੱਥੇ ਕਿ ਸਾਡਾ ਭਾਈਚਾਰਾ ਤੇ ਹੋਰ ਭਾਈਚਾਰੇ ਦੇ ਲੋਕ ਇਸ ਤੋਂ ਫਾਇਦਾ ਉਠਾਉਂਦੇ ਨੇ। ਸਾਡੇ ਨਾਲ ਜੋ ਗਲੈਨਵੁੱਡ ਦੇ ਵਾਸੀ ਤੁਹਾਨੂੰ ਇਹ ਰੋਜ਼ ਇੱਥੋਂ ਸੈਰ ਕਰਦੇ। ਇੱਥੇ ਬਹੁਤ ਵੱਡਾ ਟਰੈਕ ਬਣਿਆ ਵਾ, ਤਕਰੀਬਨ ਹੋਏਗਾ ਜੀ ਇਹ 4-5 ਕਿਲੋਮੀਟਰ ਦਾ, ਜਿਹੜਾ ਗਰਾਊਂਡ ਦੇ ਆਲੇ ਦੁਆਲੇ। ਤੇ ਉਧਰ ਜਿਹੜੀ ਆ ਸਪੈਸ਼ਲੀ ਇੱਕ ਡੌਗ ਪਾਰਕ ਬਣਾਈ ਗਈ ਹੈ। ਜਿਸ ਤਰ੍ਹਾਂ ਤੁਸੀਂ ਵੇਖ ਰਹੇ ਹੋ, ਇਹਨਾਂ ਡੌਗ ਦੇ ਲਈ ਜਿਹੜੀ ਫੈਂਸ ਲਾ ਕੇ ਪਾਰਕਿੰਗ ਬਣਾਈ ਆ। ਸਾਡੇ ਬਜ਼ੁਰਗ ਇੱਥੇ ਆ ਕੇ, ਇੱਥੇ ਖੁੰਡ ਚਰਚਾ ਹੁੰਦੀ ਆ, ਤੇ ਇੱਥੇ ਆ ਕੇ ਤੇ ਹੁਣ ਚਲੇ ਗਏ ਘਰਾਂ ਨੂੰ। ਤਕਰੀਬਨ 15 ਤੋਂ 20 ਦੇ ਕਰੀਬ ਬਜ਼ੁਰਗ ਜਿਹੜੇ ਆ ਉਹ ਬਹਿੰਦੇ ਨੇ। ਬਾਕੀ ਤੁਹਾਨੂੰ ਦੱਸਣਗੇ, ਬਾਕੀ ਤੁਹਾਨੂੰ ਇੱਥੋਂ ਦੇ ਗਲੈਨਵੁੱਡ ਵਾਸੀਆਂ ਨਾਲ ਮਿਲਾਉਂਦੇ ਆ। ਸਾਡੇ ਪਾਸ ਖੜੇ ਨੇ ਹਰਜੀਤ ਸਿੰਘ ਗਰੇਵਾਲ, ਜੋ ਕਿ ਟੈਕਸੇਸ਼ਨ ਆਫਿਸ ਦੇ ਵਿੱਚ ਜੌਬ ਕਰਦੇ ਸੀਗੇ, ਹੁਣ ਰਿਟਾਇਰ ਨੇ। ਤੇ ਇਹ ਇੱਥੇ ਬਕਾਇਦਾ ਯੋਗੇ ਦੀਆਂ ਪਹਿਲਾਂ ਕਲਾਸਾਂ ਲਾਉਂਦੇ ਹੁੰਦੇ ਸੀ ਆਪ, ਤੇ ਹੁਣ ਇਹ ਜਿਹੜੀ ਆ ਸਿਖਾਉਂਦੇ ਵੀ ਨੇ ਜੇ ਕੋਈ ਚਾਹਵਾਨ ਹੋਵੇ। ਤੇ ਸਾਡੇ ਨਾਲ ਵੀਰ ਸੋਢੀ ਖੜੇ ਨੇ, ਅਮਰੀਕ ਸਿੰਘ ਸੋਢੀ, ਜੋ ਇੱਥੇ ਤਕਰੀਬਨ 8-10 ਸਾਲ ਤੋਂ ਰਹੇ ਨੇ। ਵੀਰ ਜੀ ਸਾਡੇ ਇਹ ਤੁਹਾਨੂੰ ਇੱਥੋਂ ਦੀ ਜਿਹੜੀ ਰੋਜ਼ ਸ਼ਾਮ ਦੀ ਖੁੰਡ ਚਰਚਾ ਉਹਦੇ ਬਾਰੇ ਦੱਸਣਗੇ, ਕੀ ਮਾਹੌਲ ਬਣਦਾ ਵਾ। ਇੱਥੇ ਬੀਬੀਆਂ ਪਾਸੇ ਦੇ ਬੈਂਚਾਂ ਤੇ ਬੈਠ ਜਾਂਦੀਆਂ ਨੇ, ਉਧਰ ਬੱਚੇ ਕੈਮਰੇ ਦੀ ਅੱਖ ਨਾਲ ਤੁਹਾਨੂੰ ਵਿਖਾਉਣੇ ਆ, ਉਧਰ ਬੱਚੇ ਜਿਹੜੇ ਸਪੈਸ਼ਲ ਝੂਟੇ ਲਾਏ ਹੋਏ ਨੇ। ਤੇ ਇੱਧਰ ਜਿਹੜੀਆਂ ਗੇਮਾਂ, ਸੌਕਰ, ਕ੍ਰਿਕਟ, ਆਸਟ੍ਰੇਲੀਆ ਦੀ ਜਿਹੜੀ ਗੇਮ ਆ ਰਗਬੀ, ਇਹ ਸਾਰੀਆਂ ਗੇਮਾਂ ਇੱਥੇ ਹੁੰਦੀਆਂ ਨੇ। ਬਾਕੀ ਤੁਹਾਨੂੰ ਗਰੇਵਾਲ ਸਾਹਿਬ ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਸਿਕਲੀ ਜੀ ਜਿਹੜਾ ਗਲੈਨਵੁੱਡ ਹੈ, ਇਹ ਇੱਕ ਕਾਫੀ ਇੰਪੋਰਟੈਂਟ ਸਬਰਬ ਹੈਗਾ ਸਿਡਨੀ ਦੇ ਵਿੱਚ, ਜਿੱਥੇ ਮਤਲਬ ਸਿੱਖ ਪਾਪੂਲੇਸ਼ਨ ਕਾਫੀ ਜ਼ਿਆਦਾ ਹੈਗੀ। ਬਹੁਤ ਲੋਕੀ ਕਿਉਂਕਿ ਗੁਰਦੁਆਰਾ ਸਾਹਿਬ ਨੇੜੇ ਹੋਣ ਕਰਕੇ ਚਾਹੁੰਦੇ ਆ, ਖਾਸ ਤੌਰ 'ਤੇ ਜਿਨ੍ਹਾਂ ਦੇ ਬਜ਼ੁਰਗ ਮਾਤਾ ਪਿਤਾ ਨੇ, ਕਿ ਵੀ ਸਾਨੂੰ ਗੁਰਦੁਆਰਾ ਸਾਹਿਬ ਦੇ ਨੇੜੇ ਘਰ ਮਿਲ ਜਾਏ, ਤਾਂ ਕਿ ਬਜ਼ੁਰਗਾਂ ਨੂੰ ਇੱਥੇ ਸਾਥ ਮਿਲ ਜਾਂਦਾ ਹੈ। ਦੂਸਰਾ, ਉਹਨਾਂ ਨੂੰ ਇੱਥੇ ਆ ਕੇ ਬੋਰ ਨਹੀਂ ਹੁੰਦੇ ਉਹ। ਤੇ ਇਹ ਜਿਹੜਾ ਪਾਰਕ ਹੈਗਾ ਐਲਬਨ ਰਿਜ਼ਰਵ ਪਾਰਕ, ਇਹ ਇੱਕ ਤਾਂ ਸਕੂਲ ਦੇ ਬਿਲਕੁਲ ਸਾਹਮਣੇ ਆ। ਜਿਹੜਾ ਸਾਹਮਣੇ ਸਕੂਲ ਹੈ, ਇੱਧਰਲੇ ਪਾਸੇ ਕੈਮਰੇ ਨਾਲ ਤੁਸੀਂ ਦਿਖਾ ਸਕਦੇ ਹੋ, ਕੈਡੀ ਕ੍ਰੀਕ ਪਬਲਿਕ ਸਕੂਲ। ਇਹ ਜਿਹੜਾ ਹੈਗਾ ਵੀ ਪ੍ਰਾਇਮਰੀ ਸਕੂਲ ਹੈ, ਕਲਾਸ 6 ਤੱਕ ਇੱਥੇ ਬੱਚਿਆਂ ਦੀ ਪੜ੍ਹਾਈ ਹੁੰਦੀ ਹੈ। ਇਹਦੇ ਸਾਹਮਣੇ ਇਹ ਸਾਰਾ ਵੱਡਾ ਰਿਜ਼ਰਵ ਹੈ, ਜਿਹਦੇ ਵਿੱਚ ਸਾਰੀਆਂ ਗਰਾਊਂਡਸ ਨੇ। ਇਹ ਪੂਰਾ ਟਾਇਲਟ ਫੈਸਿਲਿਟੀਜ਼ ਵਗੈਰਾ ਹੈਗੀਆਂ। ਤੇ ਇੱਥੇ ਰਾਤ ਨੂੰ ਵੀ ਗੇਮਸ ਹੁੰਦੀਆਂ, ਕਿਉਂਕਿ ਜਿਹੜੀ ਇੱਥੇ ਲਾਈਟਿੰਗ ਫੈਸਿਲਿਟੀ ਸਾਰਾ ਕੁਛ ਹੈ। ਔਰ ਸਾਹਮਣੇ ਸਾਡੇ ਜਿਹੜਾ ਹੈਗਾ ਉਹ ਇੱਥੇ ਦਾ ਵਿਲੇਜ ਸ਼ਾਪਿੰਗ ਸੈਂਟਰ ਹੈ, ਜਿਹਦੇ ਵਿੱਚ ਵੂਲਵਰਥ ਹੈ, ਇੱਕ ਮੈਡੀਕਲ ਸੈਂਟਰ ਹੈ ਗਲੈਨਵੁੱਡ ਮੈਡੀਕਲ ਸੈਂਟਰ, ਤੇ ਨਾਲ ਸਾਡੇ ਉੱਥੇ ਹੋਰ 5-6 ਦੁਕਾਨਾਂ ਹੈਗੀਆਂ, ਜਿਨ੍ਹਾਂ ਦੇ ਵਿੱਚ ਇੱਕ ਡੈਂਟਿਸਟ ਦੀ ਵੀ ਸ਼ਾਪ ਹੈਗੀ। ਤੇ ਸਬਬ ਇਹਦੀ ਖਾਸ ਜਿਹੜੀ ਮਹੱਤਤਾ ਇਸ ਕਰਕੇ ਹੈ ਵੀ ਇਹਦੇ ਵਿੱਚ ਪਾਰਕ ਬਹੁਤ ਵਧੀਆ ਨੇ। ਸਿਡਨੀ ਦੇ ਵਿੱਚ ਸ਼ਾਇਦ ਹੀ ਕੋਈ ਇੰਨਾ ਵਧੀਆ ਸਵਰ ਹੋਵੇ ਜਿਹਦੇ ਵਿੱਚ 5 ਫੁੱਲੀ ਡਿਵੈਲਪਡ, ਫੁੱਲੀ ਫਰਨਿਸ਼ਡ ਪਾਰਕਸ ਹੋਣ। ਔਰ ਦੂਸਰਾ ਕੀ ਹੈ ਵੀ ਸਾਡਾ ਆਪਣਾ ਸਿੱਖ ਧਰਮ ਦਾ ਧੁਰਾ ਇੱਥੇ ਹੋਣ ਕਰਕੇ ਤੇ ਲੋਕੀ ਇਸ ਨੂੰ ਬਹੁਤ ਪਸੰਦ ਕਰਦੇ ਹੈ। ਤੇ ਇਹੀ ਇੱਕ ਕਾਰਨ ਹੈ
ਕਿ ਜਦੋਂ ਪੂਰੇ ਆਸਟ੍ਰੇਲੀਆ ਦੇ ਵਿੱਚ ਘਰਾਂ ਦੀ ਕੀਮਤਾਂ ਗਿਰ ਜਾਂਦੀਆਂ ਤਾਂ ਇੱਥੇ ਘਰ ਦੀ ਕੀਮਤ ਤਾਂ ਵੀ ਨਹੀਂ ਗਿਰਦੀ। ਦੂਸਰਾ ਇਹ ਹੈ ਵੀ ਇੱਥੇ ਜਿਹੜਾ ਹਾਈ ਸਕੂਲ ਹੈ ਉਹਦੀ ਵੀ ਕਾਫੀ ਇੰਪੋਰਟੈਂਸ ਹੈ, ਜਦ ਕਿ ਸਕੂਲ ਇੰਨਾ ਪੁਰਾਣਾ ਨਹੀਂ ਹੈ, ਪਰ ਇੱਥੇ ਸਾਡੇ ਆਪਣੇ ਕਮਿਊਨਿਟੀ ਦੇ ਲੋਕਾਂ ਨੇ ਬੱਚਿਆਂ ਨੂੰ, ਕਿਉਂਕਿ ਸਾਨੂੰ ਐਜੂਕੇਸ਼ਨ ਦੀ ਮਹੱਤਤਾ ਪਤਾ ਹੈ, ਤੇ ਅਸੀਂ ਉਹਨਾਂ ਨੂੰ ਪ੍ਰਾਈਵੇਟ ਟਿਊਸ਼ਨਿੰਗ ਕਰਾ ਕੇ ਜਾਂ ਕਿਵੇਂ ਵੀ ਕਰਾ ਕੇ ਇਸ ਸਕੂਲ ਦਾ ਰਿਜ਼ਲਟ ਬਹੁਤ ਅੱਛਾ ਆਉਂਦਾ। ਤੇ ਆਮ ਮਤਲਬ ਜਿੰਨੇ ਵੀ ਪੰਜਾਬੀ ਬੈਕਗਰਾਉਂਡ ਦੇ ਬੰਦੇ ਇੱਥੇ ਸਿਡਨੀ 'ਚ ਆਉਂਦੇ ਆ ਉਹ ਇਸ ਨੂੰ ਬਹੁਤ ਪ੍ਰੈਫਰ ਕਰਦੇ ਆ। ਵਧੀਆ ਸਬਬ ਹੈ, ਅੱਛਾ ਮਤਲਬ ਇੱਥੇ ਸਾਰਾ ਮਾਹੌਲ ਚੰਗਾ ਹੈ। ਘਰਾਂ ਦੀ ਕੀਮਤ ਇੱਥੇ ਕਿੰਨੀ ਕੁ ਹੋਏਗੀ ਦੱਸੋ, ਵਿਦੇਸ਼ ਵਿੱਚ ਰਹਿ ਰਹੇ ਸੰਗਤਾਂ ਨੂੰ? ਦੇਖੋ ਜੀ, ਮੀਡੀਅਨ ਜਿਹੜੀ ਪ੍ਰਾਈਸ ਹੈ ਇੱਥੇ ਦੀ ਇਸ ਵੇਲੇ 890,000 ਮਤਲਬ $890,000 ਇੱਥੇ ਦੀ ਮੀਡੀਅਨ ਪ੍ਰਾਈਸ ਚੱਲ ਰਹੀ ਹੈ ਇਸ ਵੇਲੇ। ਤੇ ਮਤਲਬ ਜਿਹੜੇ ਵੱਡੇ ਘਰ ਨੇ ਉਹ 1.2 1.3 ਮਿਲੀਅਨ ਤੱਕ ਨੇ, ਜਿਹੜੇ ਸਿੰਗਲ ਸਟੋਰੀ ਘਰ ਨੇ ਉਹ ਰਫਲੀ 7.5 8 7.5 ਤੋਂ ਘੱਟ ਸ਼ਾਇਦ ਹੀ ਇੱਥੇ ਕੋਈ ਘਰ ਹੋਵੇ। ਸ਼ਾਮ ਨੂੰ ਕਿੰਨੇ ਕੁ ਬਜ਼ੁਰਗ ਕਹਿ ਰਹੇ ਹੋ, ਜਿਸ ਤਰ੍ਹਾਂ ਤੁਹਾਨੂੰ ਅਸੀਂ ਗਰਾਊਂਡ ਵਿਖਾ ਰਹੇ ਸੀਗੇ, ਆਹ ਬੈਂਚ ਲੱਗੇ ਹੋਏ ਨੇ, ਇੱਥੇ ਬੀਬੀਆਂ ਆ ਕੇ ਬੈਠ ਜਾਂਦੀਆਂ ਨੇ। ਇੱਧਰ ਦੋਵਾਂ ਆਹ ਬਾਰਬਿਕਿਊ ਲਾਇਆ ਕੌਂਸਲ ਵੱਲੋਂ, ਤੇ ਇਹ ਸਾਡੇ ਸਾਰੇ ਪਾਸੇ ਦੇਖੋ ਸਾਡਾ ਭਾਈਚਾਰਾ ਨਜ਼ਰ ਆ ਰਿਹਾ ਵਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਨੇ? ਇੱਕ ਮਿੰਟ, ਪਿੰਡ ਦਾ ਮਾਹੌਲ, ਉਹ ਬੱਚਿਆਂ ਦੇ ਝੂਟੇ ਲੱਗੇ ਆ, ਬਹੁਤ ਵਧੀਆ ਜਿਹੜਾ ਮਾਹੌਲ ਬਣਿਆ ਹੋਇਆ ਇੱਥੇ। ਇੱਧਰ ਜਿਹੜਾ ਨੈੱਟਬਾਲ ਬਾਸਕਟਬਾਲ ਦੀਆਂ ਜਿਹੜੀਆਂ ਗਰਾਊਂਡਾਂ ਨੇ, ਜਿਹੜਾ ਜਿਸ ਤਰ੍ਹਾਂ ਮੈਂ ਦੱਸ ਰਿਹਾ ਸੀਗਾ ਕਿ 80-90 ਹਜ਼ਾਰ ਲਾ ਕੇ ਜਿਹੜਾ ਬਲੈਕਟਨ ਕੌਂਸਲ ਨੇ ਇਹ ਓਪਨ ਜਿਮ ਜਿਹੜੀਆਂ ਸਾਰੇ ਭਾਈਚਾਰੇ ਲਈ ਬਣਾਇਆ ਵਾ। ਇੱਥੋਂ ਸਾਡੇ ਵੀਰ ਭੈਣ ਬਹੁਤ ਬੱਚੇ ਬਹੁਤ ਫਾਇਦਾ ਉਠਾਉਂਦੇ ਨੇ। ਜਿਸ ਤਰ੍ਹਾਂ ਤੁਸੀਂ ਵੇਖ ਰਹੇ ਹੋ, ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਸਾਡੇ ਵੀਰ ਜੀ ਹੁਣੀ ਐਕਸਰਸਾਈਜ਼ਾਂ ਕਰਨ ਲੱਗੇ ਹੋਏ ਨੇ। ਹਾਂਜੀ ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਇਹ ਸਿੱਖ ਚੈਨਲ ਜੋ ਯੂਕੇ ਦੀ ਟੀਮ ਗਲੈਨਵੁੱਡ ਪਿੰਡ ਵਿਖਾ ਰਿਹਾ ਵਾ, ਤੇ ਤੁਸੀਂ ਦੱਸੋ ਪਿੱਛੋਂ ਕਿਹੜੀ ਜਗ੍ਹਾ ਤੋਂ? ਮੈਂ ਜੀ ਹੈਗਾ ਪੰਜਾਬ 'ਚ, ਜਗ੍ਹਾ ਹੈਗੀ ਜੀਰਕਪੁਰ, ਚੰਡੀਗੜ੍ਹ ਦੇ ਲਾਗੇ ਉੱਥੋਂ। ਇੱਥੇ ਕਿੰਨੀ ਦੇਰ ਤੋਂ ਰਹਿ ਰਹੇ ਹੋ ਤੁਸੀਂ? 2 ਸਾਲ ਹੋਏ ਆ, ਪਰ ਉੱਦਾਂ ਆਸਟ੍ਰੇਲੀਆ 'ਚ ਹੋ ਗਏ 10 ਸਾਲ। ਕਿਸ ਤਰ੍ਹਾਂ ਲੱਗਿਆ ਤੁਹਾਨੂੰ ਗਲੈਨਵੁੱਡ ਪਿੰਡ? ਜੀ ਬਿਲਕੁਲ ਆਪਣਾ ਘਰ ਲੱਗਦਾ। ਤੁਸੀਂ ਵੇਖੋ ਜਿਹੜੇ ਪਾਸੇ ਮਰਜ਼ੀ ਜਾਓ, ਪੱਗਾਂ, ਖੁੱਲੇ ਦਾੜੇ, ਕੁਰਤੇ ਪਜਾਮੇ। ਬਿਲਕੁਲ ਜੀ, ਥੈਂਕ ਯੂ ਵੀਰ ਜੀ। ਹਾਂਜੀ, ਇੱਧਰ ਵੀਰ ਜੀ ਸਾਡੇ ਦੇਖੋ, ਇਹ ਰੋਜ਼ ਤਕਰੀਬਨ ਐਵਰੀ ਡੇ ਇੱਥੇ ਆ ਕੇ ਐਕਸਰਸਾਈਜ਼ ਕਰਦੇ ਨੇ। ਤੁਹਾਡਾ ਨਾਂ ਕੀ? ਮੇਰਾ ਨਾਮ ਹਰਚਰਨ ਸਿੰਘ ਬੋਲਾ ਜੀ। ਤੇ ਪਿੱਛੋਂ ਕਿਹੜਾ ਪਿੰਡ ਹੈ ਤੁਹਾਡਾ? ਪਿੰਡ ਲੌਦੀ ਮਾਜਰਾ, ਡਿਸਟ੍ਰਿਕਟ ਰੋਪੜ 'ਚ ਪੈਂਦਾ। ਤੇ ਗਲੈਨਵੁੱਡ ਪਿੰਡ ਦੇ ਵਿੱਚ ਕਿੰਨੀ ਦੇਰ ਤੋਂ ਤੁਸੀਂ ਰਹਿ ਰਹੇ ਹੋ? ਮੈਂ ਗਲੈਨਵੁੱਡ, ਮੈਨੂੰ 8 ਸਾਲ ਹੋ ਗਏ ਇੱਥੇ ਰਹਿੰਦੇ ਨੂੰ। ਠੀਕ ਹੈ, ਕੀ ਕਹਿਣਾ ਚਾਹੋਗੇ ਤੁਸੀਂ ਗਲੈਨਵੁੱਡ ਪਿੰਡ ਬਾਰੇ? ਹਾਂ, ਗਲੈਨਵੁੱਡ ਵਧੀਆ ਏਰੀਆ ਹੈਗਾ, ਹਰ ਇੱਕ ਸਹੂਲਤਾਂ ਇੱਥੇ ਹੈਗੀਆਂ, ਸਕੂਲ ਨੇੜੇ ਹੈਗੇ ਆ, ਟਰਾਂਸਪੋਰਟ ਹੈਗੀ ਆ, ਹਰ ਇੱਕ ਚੀਜ਼ ਹੈਗੀ ਇੱਥੇ ਦੀ। ਖੁੰਡ ਚਰਚਾ ਕਿੱਥੇ ਹੁੰਦੀ ਆ? ਹੁਣ ਚੱਲ ਰਿਹਾ ਪਾਰਕ 'ਚ ਹੁੰਦੀ ਹੈ ਜੀ, ਗਲੈਨਵੁੱਡ ਪਾਰਕ 'ਚ ਜੀ। ਠੀਕ ਹੈ ਠੀਕ ਹੈ। ਕਿੰਨੇ ਕੁ ਇੱਥੇ ਆਪਣੇ ਵੀਰ ਆ ਜਾਂਦੇ ਨੇ, ਬਜ਼ੁਰਗ ਆ ਜਾਂਦੇ ਨੇ? 15-20 ਬਜ਼ੁਰਗ ਹੋ ਜਾਂਦੇ ਆ ਜੀ ਇਕੱਠੇ, 15-20 ਜਿਹਨਾਂ ਤਾਂ ਲੇਡੀਜ਼ ਵੀ ਹੋ ਜਾਂਦੀਆਂ, ਨਾਲ ਬੱਚੇ ਆ ਜਾਂਦੇ ਆ। ਠੀਕ ਹੈ ਠੀਕ ਹੈ, ਬਹੁਤ ਧੰਨਵਾਦ, ਥੈਂਕ ਯੂ। ਇੱਧਰ ਸਾਡੇ ਵੀਰ ਅਮਰੀਕ ਸਿੰਘ ਸੋਢੀ ਜੋ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਲੱਗੇ ਹੋਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ। ਹੋਰ ਸੁਣਾਓ, ਕੀ ਹਾਲ ਚਾਲ ਆ? ਸਿੱਖ ਚੈਨਲ ਟੀਮ ਤੁਹਾਡੇ ਕੋਲੇ ਪਹੁੰਚੀ, ਚੈਨਲ ਯੂਕੇ ਦੀ ਟੀਮ ਸਾਡੇ ਗਲੈਨਵੁੱਡ ਦੀ ਕਵਰੇਜ ਕਰ ਰਹੀ ਆ। ਦੱਸੋ ਤੁਸੀਂ ਇੱਥੇ ਪਿੱਛੋਂ ਤੁਹਾਡਾ ਕਿਹੜਾ ਪਿੰਡ ਆ ਤੇ ਗਲੈਨਵੁੱਡ ਕਿੰਨੀ ਕੁ ਦੇਰ ਤੋਂ ਰਹਿ ਰਹੇ ਹੋ? ਪਹਿਲਾਂ ਤਾਂ ਸਿੱਖ ਚੈਨਲ ਦਾ ਬਹੁਤ ਬਹੁਤ ਧੰਨਵਾਦ, ਇਹਨੀ ਆ ਕੇ ਇੱਥੇ ਕਵਰੇਜ ਕਰੀ। ਤੇ ਅਸੀਂ ਹੈਗੇ ਨਵੇਂ ਸ਼ਹਿਰ ਤੋਂ, ਨਾਲ ਪਿੰਡ ਆ ਸਾਡਾ ਆਲਾ ਚੌਰ ਜੀ। ਸਾਨੂੰ ਹੋ ਗਿਆ ਜੀ ਇੱਥੇ 33 ਸਾਲ ਰਹਿੰਦਿਆਂ ਨੂੰ। 8 ਸਾਲ ਹੋ ਗਏ ਸਾਨੂੰ ਗਲੈਨਵੁੱਡ ਰਹਿੰਦਿਆਂ ਨੂੰ, ਕਾਫੀ ਟਾਈਮ ਹੋ ਗਿਆ ਜੀ। ਹੁਣ ਤਾਂ ਗਲੈਨਵੁੱਡ ਦੀਆਂ ਰੌਣਕਾਂ ਮਾਰ ਨਜ਼ਾਰਾ ਮਾਰ ਰਹੇ ਆ ਜੀ। ਤੁਹਾਨੂੰ ਤੁਸੀਂ 33 ਸਾਲ ਤੋਂ ਸਿਡਨੀ 'ਚ ਰਹਿ ਰਹੇ ਹੋ, ਹੋਰ ਸ਼ਹਿਰਾਂ 'ਚ ਪਿੰਡਾਂ 'ਚ ਵੀ ਸਵਰਬਾਂ 'ਚ ਰਹੇ ਹੋ, ਉਹਦਾ ਤੇ ਗਲੈਨਵੁੱਡ ਪਿੰਡ ਦਾ ਕੀ ਫਰਕ ਆ? ਸਾਰੀਆਂ ਸਿੱਖ ਸੰਗਤਾਂ ਨੂੰ ਦੱਸੋ। ਇੱਥੇ ਸਾਨੂੰ ਆਪਣੇ ਪੰਜਾਬੀ ਮਾਹੌਲ ਮਿਲਦਾ ਜੀ, ਜਿੱਦਾਂ ਆਪਣੇ ਪੰਜਾਬੀ ਪੰਜਾਬ ਵਿੱਚ ਜੋ ਮਾਹੌਲ ਹੁੰਦਾ ਸੀ ਨਾ,
ਉਹ ਚੀਜ਼ ਸਾਨੂੰ ਇੱਥੇ ਮਿਲ ਰਹੀ ਆ। ਨਾਲੇ ਗੁਰੂ ਘਰ ਆਪਣੇ ਲਾਗੇ ਆ ਜੀ, ਸਾਰੇ ਬਜ਼ੁਰਗ ਇਕੱਠੇ ਹੋ ਕੇ ਬਹਿੰਦੇ ਆ, ਆਪਣੇ ਦੁੱਖ ਸੁੱਖ ਖੋਲ੍ਹਦੇ ਆ ਜੀ ਇੱਕ ਦੂਏ ਦੇ ਕੋਲ, ਤੇ ਸਾਰੇ ਆਨੰਦ ਮਾਣਦੇ ਰਹੇ ਜੀ। ਪਾਰਕਾਂ ਵਿੱਚ ਪਾਰਕ ਹੈਗੀ ਇੱਥੇ ਬੜੀ ਖੁੱਲ੍ਹੀ ਡੁੱਲੀ, ਤੇ ਆਪਣਾ ਐਕਸਰਸਾਈਜ਼ ਕਰਦੇ ਆ ਇੱਥੇ, ਜਿਮ ਤੇ ਐਕਸਰਸਾਈਜ਼ ਕਰਦੇ ਆ ਜੀ। ਬੱਚੇ ਤੁਹਾਡੇ ਪੰਜਾਬੀ ਪੜ੍ਹਨਾ ਲਿਖਣਾ ਜਾਣਦੇ ਨੇ? ਇੱਕ ਜਾਣਦਾ ਜੀ, ਇੱਕ ਤਾਂ ਨਹੀਂ ਜਾਣਦਾ। ਇੱਥੇ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਗਏ ਨੇ ASA ਵੱਲੋਂ, ਜੋ 12 ਐਤਵਾਰ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਪੰਜਾਬੀ ਦੀਆਂ ਕਲਾਸਾਂ ਲੱਗਦੀਆਂ ਨੇ। ਸਾਡੇ ਵੀਰ ਜੀ ਦੇ ਬੱਚੇ ਤੇ ਮੇਰੇ ਬੱਚੇ ਤਕਰੀਬਨ ਇਕੱਠੇ ਹੀ ਪੜ੍ਹੇ ਨੇ, ਇੱਥੋਂ ਦੇ ਬੋਰਨ ਨੇ, 20-21 ਸਾਲਾਂ ਦੇ ਹੋ ਗਏ ਨੇ। ਸਾਡਾ ਪਰਸਨਲ ਜਿਹੜਾ ਤਜਰਬਾ ਮੇਰਾ ਤੇ ਬੇਨਤੀ ਆ ਸਾਰੇ ਸਿੱਖ ਭਾਈਚਾਰੇ ਨੂੰ ਵੀ ਬੱਚਿਆਂ ਨੂੰ ਘਰ ਦੇ ਵਿੱਚ ਪੰਜਾਬੀ ਬੋਲੋ ਤੇ ਪੰਜਾਬੀ ਪੜ੍ਹਾਓ। ਜਦੋਂ ਛੋਟੇ ਬੱਚੇ ਸਕੂਲਾਂ ਦੇ ਵਿੱਚੋਂ ਵਾਪਸ ਘਰਾਂ ਨੂੰ ਆਉਂਦੇ ਹਨ ਤੇ ਉਹਨਾਂ ਨੂੰ ਥੋੜ੍ਹਾ ਜਿਹਾ ਅੰਗਰੇਜ਼ੀ, ਕਿਉਂਕਿ ਸਾਰਾ ਦਿਨ ਅੰਗਰੇਜ਼ੀ ਬੋਲ ਕੇ ਆਉਂਦੇ ਨੇ, ਥੋੜ੍ਹਾ ਜਿਹਾ ਸੌਖਾ ਲੱਗਦਾ ਉਹਨਾਂ ਨੂੰ। ਉਹ ਆਪਦਾ ਪੰਜਾਬੀ 'ਚ ਕਹਿ ਲਓ ਵੀ ਉਹ ਆਪਦਾ ਗੇਅਰ ਅੰਗਰੇਜ਼ੀ ਵਾਲਾ ਉਸੇ ਤਰ੍ਹਾਂ ਰੱਖਦੇ ਨੇ। ਸੋ ਸਾਡਾ ਤਜਰਬਾ ਮੇਰਾ ਤੇ ਅਮਰੀਕ ਸਿੰਘ ਦਾ ਇਹੀ ਆ ਵੀ ਜਿਹੜੀ ਇੱਕ ਬੇਨਤੀ ਵੀ ਆ ਸਾਰੇ ਸਿੱਖ ਭਾਈਚਾਰੇ ਨੂੰ, ਵੀਰਾਂ ਭੈਣਾਂ ਨੂੰ, ਵੀ ਜਿਨ੍ਹਾਂ ਦੇ ਬੱਚੇ ਛੋਟੇ ਨੇ ਉਹਨਾਂ ਨੂੰ ਕੁਛ ਕੁੱਟਣ ਮਾਰਨ ਦੀ ਜ਼ਰੂਰਤ ਨਹੀਂ, ਕੁਛ ਦਬਕਾਉਣ ਦੀ ਲੋੜ ਨਹੀਂ। ਸਿਰਫ ਤੇ ਸਿਰਫ ਤੁਸੀਂ ਯਾਦ ਕਰਾਉਣਾ ਉਹਨਾਂ ਨੂੰ ਕਿ ਬੱਚੇ ਤੁਸੀਂ ਹੁਣ ਘਰ ਵਿੱਚ ਆ ਗਏ ਹੋ, ਇੱਥੇ ਪੰਜਾਬੀ ਹੀ ਬੋਲਣੀ ਆ। ਸੋ ਤੁਹਾਡਾ ਸਿਰਫ ਇੰਨਾ ਹੀ ਕੰਮ ਆ, ਬਾਕੀ ਬੱਚੇ ਨੇ ਆਪੇ ਉਹਨੂੰ ਪਤਾ ਲੱਗ ਜਾਣਾ ਵੀ ਮੇਰੇ ਮੰਮੀ ਡੈਡੀ ਇਹ ਕਹਿ ਰਹੇ ਨੇ ਕਿ ਘਰੇ ਪੰਜਾਬੀ ਬੋਲਣੀ ਆ, ਤੇ ਉਹ ਆਟੋਮੈਟਿਕਲੀ ਪੰਜਾਬੀ ਜਿਹੜੀ ਆ ਉਹ ਬੋਲਣੀ ਤਾਂ ਸਿੱਖਣੀ ਆ। ਫਿਰ ਲਿਖਣ ਪੜ੍ਹਨ ਵੱਲ ਵੀ ਉਹਨਾਂ ਦਾ ਧਿਆਨ ਜਾਏਗਾ। ਸੋ ਮੇਰੀ ਇਹ ਬੇਨਤੀ ਆ ਸਾਰਿਆਂ ਨੂੰ, ਉਹਨਾਂ ਨੂੰ ਬੱਚਿਆਂ ਨੂੰ ਸਿਰਫ ਤੁਸੀਂ ਯਾਦ ਕਰਾਉਣਾ, ਬੱਚਿਓ ਤੁਸੀਂ ਹੁਣ ਘਰੇ ਆ ਗਏ, ਹੁਣ ਤੁਸੀਂ ਪੰਜਾਬੀ ਬੋਲੋ। ਅੰਗਰੇਜ਼ੀ ਤਾਂ ਪਹਿਲਾਂ ਪੇਰੈਂਟਸ ਨੂੰ ਪੰਜਾਬੀ ਬੋਲਣੀ ਚਾਹੀਦੀ ਆ। ਜਦੋਂ ਪੇਰੈਂਟਸ ਆਪਣੇ ਇੰਗਲਿਸ਼ ਬੋਲਦੇ ਆ ਬੱਚਿਆਂ ਨਾਲ, ਤੇ ਉਹ ਬੱਚੇ ਵੀ ਫਿਰ ਇੰਗਲਿਸ਼ ਹੀ ਬੋਲਦੇ ਆ। ਟਰਾਈ ਕਰੋ ਜਦੋਂ ਬੱਚੇ ਆਉਣ ਘਰ ਤੇ ਉਹਨਾਂ ਨਾਲ ਪੰਜਾਬੀ ਹੀ ਬੋਲੋ। ਸੋ ਸਾਡਾ ਇਹ ਜਿਹੜਾ ਤਜਰਬਾ ਤੁਹਾਡੇ ਨਾਲ ਸ਼ੇਅਰ ਕੀਤਾ, ਸਾਡੇ 20-21 ਸਾਲਾਂ ਦੇ ਬੱਚੇ ਨੇ, ਉਹ ਬਿਲਕੁਲ ਠੇਠ ਪੰਜਾਬੀ ਬੋਲਦੇ ਨੇ, ਪੜ੍ਹਨਾ ਲਿਖਣਾ ਜਾਣਦੇ ਨੇ। ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਅੰਗਰੇਜ਼ੀ ਤਾਂ ਉਹਨਾਂ ਨੇ ਸਿੱਖ ਹੀ ਲੈਣੀ ਆ, ਤੁਸੀਂ ਉਸ ਦੇਸ਼ ਦੇ ਵਿੱਚ ਰਹਿੰਦੇ ਹੋ, ਤੇ ਪੰਜਾਬੀ ਜਿਹੜੀ ਆ ਉਹ ਕਿਤੇ ਭੁੱਲ ਨਾ ਜਾਣ। ਸਾਡੀ ਇਹ ਬੇਨਤੀ ਆ ਕਿ ਘਰਾਂ ਦੇ ਵਿੱਚ ਪੰਜਾਬੀ ਬੋਲੋ। ਬਜ਼ੁਰਗਾਂ ਨੂੰ ਉਹਨਾਂ ਕੋਲੇ ਖੁੱਲ੍ਹਾ ਟਾਈਮ ਹੁੰਦਾ ਵਾ, ਉਹਨਾਂ ਨੂੰ ਕਾਇਦੇ ਲੈ ਕੇ ਉਹਨਾਂ ਨੂੰ ਊੜਾ ਪੰਜਾਬੀ ਲਿਖਣੀ ਪੜ੍ਹਨੀ ਸਿਖਾਓ। ਹੁਣ ਸਾਡੇ ਨਾਲ ਹੋਰ ਸਾਡੇ ਇੱਥੇ ਸੀਨੀਅਰ ਅੰਕਲ ਜੀ ਪਹੁੰਚੇ ਨੇ, ਇਹ ਤੁਹਾਨੂੰ ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਲੋ, ਕੀ ਕਹਿਣਾ ਚਾਹੁੰਦੇ ਤੁਸੀਂ ਇਸ ਤਰ੍ਹਾਂ ਦਾ? ਤੁਸੀਂ ਗਲੈਨਵੁੱਡ ਦੇ ਵਿੱਚ ਜਾਂ ਕਹਿ ਲਓ ਆਸਟ੍ਰੇਲੀਆ ਦੇ ਵਿੱਚ ਕਿੰਨੀ ਦੇਰ ਤੋਂ ਰਹਿ ਰਹੇ ਹੋ? ਮੈਂ 2009 ਦਾ ਇੱਥੇ ਹੈਗਾ ਜੀ। ਹਲੋ, ਤੇ ਮੇਰਾ ਇੱਥੇ ਇੱਕ ਬੇਟਾ ਤੇ ਇੱਕ ਬੇਟੀ ਹੈਗੀ। ਮੇਰੀ ਬੇਟੀ ਇੱਥੇ ਗਲੈਨਵੁੱਡ ਬਿਲਕੁਲ ਗੁਰਦੁਆਰੇ ਦੇ ਨਾਲ ਹੈਗੀ ਹੈ, ਬਰਸ਼ ਪਾਰਕਸ ਕਲੋਜ਼ ਦੇ ਵਿੱਚ, ਔਰ ਮੇਰਾ ਬੇਟਾ ਕਾਸਲੇਲ ਹੁੰਦਾ ਹੈਗਾ। ਸੋ ਮੈਂ ਦੋਨੋਂ ਪਾਸੇ 2-3 ਮਹੀਨੇ ਉੱਥੇ ਰਹਿਣਾ, 2-3 ਮਹੀਨੇ ਉੱਥੇ ਰਹਿਣਾ। ਲੇਕਿਨ ਮੈਨੂੰ ਆਈ ਫੀਲ ਬਲੈਸਡ, ਅੱਛਾ ਲੱਗਦਾ ਕਿ ਗੁਰਦੁਆਰੇ ਦੇ ਬਿਲਕੁਲ ਨਾਲ ਹੋਣ ਸਦਕਾ ਨਾ ਮੈਨੂੰ ਬਹੁਤ ਹੀ ਅੱਛਾ ਲੱਗਦਾ ਹੈਗਾ ਇੱਥੇ। ਤੋ ਬਟ ਐਟ ਦੀ ਸੇਮ ਟਾਈਮ ਮਾਫ ਕਰਨਾ, ਥੋੜ੍ਹਾ ਬਹੁਤ ਅੰਗਰੇਜ਼ੀ ਬੋਲਣ ਦੀ ਆਦਤ ਪੈ ਚੁੱਕੀ ਹੈ, ਡੋਂਟ ਮਾਈਂਡ ਦਿਸ ਥਿੰਗ। ਅਤੇ ਉਸ ਲੇਕਿਨ ਇਹ ਵੇ ਕਿ ਸਾਡਾ ਇਹ ਮੋਟੋ ਹੈ, ਆਪਣਾ ਲਵ ਯੋਰ ਸੈਲਫ ਫਸਟ। ਆਪਣੀ ਸਿਹਤ ਦਾ ਆਪ ਖਿਆਲ ਕਰੋ ਪਹਿਲੋਂ। ਤੁਸੀਂ ਆਪ ਫਿੱਟ ਹੋਵੋਗੇ ਤਾਂ ਤੁਸੀਂ ਆਪਣੇ ਬਾਕੀ ਦੇ ਮੈਂਬਰਸ ਨੂੰ ਉਹਨਾਂ ਦਾ ਵੀ ਆਪਣਾ ਖਿਆਲ ਕਰ ਸਕੋਗੇ। ਸੋ ਦੈਟਸ ਮਾਈ ਮੋਟੋ ਆਫ ਲਾਈਫ। ਮੈਂ ਆਈ ਟਰਾਈ ਟੂ ਵਾਕ, ਸਵੇਰ ਦਾ 1.5 ਘੰਟਾ ਵਾਕ ਕਰਨਾ, ਸ਼ਾਮੀ ਤਕਰੀਬਨ 1.5 ਘੰਟਾ ਤੱਕ ਵਾਕ ਕਰਨਾ। ਕੋਸ਼ਿਸ਼ ਇਹੀ ਹੁੰਦੀ ਹੈ ਕਿ ਜਦੋਂ ਨਾ ਕਰੋ ਤਾਂ ਇਸ ਤਰ੍ਹਾਂ ਜਾਪਦਾ ਕੋਈ ਡਿਪਰਾਈਵਡ ਹੋ ਗਿਆ, ਜਿਸ ਤਰ੍ਹਾਂ ਕੋਈ ਮੈਂ ਮਿਸ ਕਰ ਰਿਹਾ ਸਰ। ਤੁਹਾਡੀ ਕਿੰਨੀ ਉਮਰ ਆ ਜੀ? ਮੈਂ 81 ਆ ਜੀ ਸਾਡਾ। ਵਾਹ ਵਾਹ, ਗੁਰੂ ਸਾਹਿਬ ਦਾ ਸ਼ੁਕਰ ਆ। ਦੇਖੋ ਇਹਨਾਂ ਜਿਹੜੀ ਤੁਹਾਡੀ 81 ਜਿਹੜੀ ਤੁਸੀਂ ਦੱਸਿਆ, ਇਹ ਸਿਹਤ, ਚੰਗੀ ਸਿਹਤ ਦਾ ਰਾਜ। ਤੁਸੀਂ ਦੇਖ ਰਹੀਆਂ ਸੰਗਤਾਂ ਨੂੰ ਕੀ ਕਹੋਗੇ ਕਿ ਕੀ ਤੁਸੀਂ ਆਪਦਾ ਰੂਟੀਨ ਬਣਾਓ, ਕਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਤੰਦਰੁਸਤ ਜੀਵਨ ਬਤੀਤ ਕਰ ਸਕਦੇ ਹੋ? ਉਹਦੇ 'ਚ ਮੈਂ ਇਹ ਕਹਾਂ ਕਿ ਬਈ ਜਿਤਨਾ ਤੁਸੀਂ ਆਪਣੇ ਆਪ ਨੂੰ ਕੰਮ ਤੋਂ ਇਲਾਵਾ ਆਪਣੀ ਬਾਡੀ ਵਾਸਤੇ ਬਾਹਰ ਸਪੇਅਰ ਕਰ ਸਕਦੇ ਹੈਗੇ ਹੋ, ਘਰ ਵੀ ਕਰ ਸਕਦੇ ਹੋ। ਯੋਗਾ ਕਰੋ, ਐਕਸਰਸਾਈਜ਼ ਕਰੋ, ਬਾਹਰ ਆਉਣ ਦੀ ਕੋਸ਼ਿਸ਼ ਕਰੋ, ਥੋੜ੍ਹਾ ਬਹੁਤ ਘੁੰਮੋ ਫਿਰੋ, ਆਪਣਾ ਇੰਟਰੈਕਟ ਕਰੋ, ਤਾਂ ਕਿ ਤੁਹਾਨੂੰ ਪਤਾ ਲੱਗੇ, ਲੋਕਾਂ ਨੂੰ ਵੀ ਪਤਾ ਲੱਗੇ ਕਿ ਤੁਹਾਡੀ ਕਿਸ ਤਰ੍ਹਾਂ ਕੀ ਮੋਟੋ ਹੈਗਾ ਲਾਈਫ ਦਾ।
ਬਹੁਤ ਬਹੁਤ ਧੰਨਵਾਦ ਤੁਹਾਡਾ। ਗਰੇਵਾਲ ਸਾਹਿਬ, ਤੁਸੀਂ ਇਹ ਦੱਸਿਓ ਵੀ ਇਹ ਜਿਹੜੀ ਜਿਮ ਆ ਇਹ ਕਦੋਂ ਇਹਦੀ ਓਪਨਿੰਗ ਹੋਈ ਸੀ ਤੇ ਕਿੰਨਾ ਦਾ ਚ ਜ਼ਿਆਦਾ ਯੋਗਦਾਨ ਆ? ਬੇਸਿਕਲੀ ਇਹ ਜਿਹੜੀ ਜਿਮ ਸੀਗੀ ਸ਼ੁਰੂ ਤਾਂ ਜਿਹੜਾ ਇੱਥੇ ਇਲੈਕਸ਼ਨ ਵੇਲੇ ਜਿਹੜਾ ਕੈਵਨ ਗਿੱਲੀ ਇਹ ਇਲੈਕਸ਼ਨ ਵਾਸਤੇ ਖੜਾ ਹੋਇਆ ਸੀ ਤੇ ਉਹ ਵੋਟਾਂ ਮੰਗ ਰਿਹਾ ਸੀ, ਤੇ ਮੈਂ ਉਹਨੂੰ ਕਿਹਾ ਯਾਰ ਤੁਸੀਂ ਜਿਹੜਾ ਹੈਗਾ ਇੱਥੇ ਕੀ ਕਰੋਗੇ ਸਾਡੇ ਲਈ? ਉਹ ਕਹਿੰਦਾ ਵੀ ਤੁਸੀਂ ਜੋ ਕਹੋਗੇ ਮੈਂ ਕਰਾਂਗਾ, ਆਪਣੀ ਵੱਲੋਂ ਪੂਰੇ ਜ਼ੋਰ ਲਾਵਾਂਗਾ। ਤੇ ਫਿਰ ਜਦੋਂ ਉਹ ਜਿੱਤ ਗਿਆ ਤੇ ਫਿਰ ਅਸੀਂ ਉਹਨੂੰ ਇਹ ਕਿਹਾ ਕਿ ਵੀ ਬਾਕੀ ਸਵਰਬ ਦੇ ਵਿੱਚ ਹੈਗੀ, ਇੱਥੇ ਵੀ ਲਾਓ। ਤੇ ਉਹ ਕਿਉਂਕਿ ਇਹਦੀ ਕਾਸਟ ਕਾਫੀ ਜ਼ਿਆਦਾ ਸੀਗੀ, ਇਹ ਮਤਲਬ ਇੰਗਲੈਂਡ ਦੀ ਕੰਪਨੀ ਹੈ ਜਿਹਨੇ ਬਣਾਈ, ਬਹੁਤ ਵਧੀਆ ਇਹ ਜਿਮ ਹੈ। ਤੇ ਇਹ ਤੇ ਕਿਉਂਕਿ ਕਾਸਟ ਜ਼ਿਆਦਾ ਸੀ ਤਾਂ ਉਹਨਾਂ ਨੂੰ ਥੋੜ੍ਹਾ ਜਿਹਾ ਕੌਂਸਲ ਨੂੰ ਟਾਈਮ ਲੱਗਿਆ, ਤੇ ਪਰ ਇਹ ਲਾਸਟ ਈਅਰ ਤੋਂ ਚਾਲੂ ਹੋ ਗਈ ਹੈ ਔਰ ਬਹੁਤ ਸਵੇਰ ਵੇਲੇ ਖਾਸ ਤੌਰ ਤੇ ਲੋਕੀ ਬਹੁਤ ਇੱਥੇ ਇਹਨੂੰ ਅਵੇਲ ਕਰਦੇ ਆ, ਤੇ ਸਿਹਤ ਵਾਸਤੇ ਵੀ ਤੇ ਹਰ ਪੱਖੋਂ ਬਹੁਤ ਵਧੀਆ, ਸੇਫਟੀ ਪੁਆਇੰਟ ਆਫ ਵਿਊ ਤੋਂ ਬਹੁਤ ਚੰਗੀ। ਠੀਕ ਹੈ, ਥੈਂਕ ਯੂ। ਸੋ ਇਸ ਕੈਵਨ ਗਿੱਲੀ ਤੇ ਸਾਡੇ ਸਰਦਾਰ ਮਨਿੰਦਰ ਸਿੰਘ ਜੋ ਬਲੈਕ ਟਾਊਨ ਦੇ ਕਾਉਂਸਲਰ ਹੈ ਉਹਨਾਂ ਦਾ ਧੰਨਵਾਦ ਕਹਿਣਾ ਬਣਦਾ। ਇੱਧਰ ਸਾਡੇ ਵੀਰ ਜੀ ਵੀ ਪਹੁੰਚ ਗਏ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਨਾਮ? ਸਰਤਾਜ। ਸਰਤਾਜ ਜੀ, ਕਿਹੜੀ ਜਗ੍ਹਾ ਤੋਂ ਪਿੱਛੋਂ? ਮੈਂ ਜੀ ਗੁਰਦਾਸਪੁਰ ਤੋਂ। ਠੀਕ ਹੈ, ਤੇ ਇੱਥੇ ਸਿਡਨੀ ਚ ਤੇ ਗਲੈਨਵੁੱਡ ਚ ਕਿੰਨੀ ਦੇਰ ਤੋਂ ਰਹਿ ਰਹੇ ਹੋ? ਭਾਜੀ ਮੈਂ ਇੱਥੋਂ 2000 ਤੋਂ ਹੈਗਾ, ਜਸਟ ਬਿਫੋਰ ਓਲੰਪਿਕਸ। ਤੇ ਆਈ ਫੀਲ ਰੀਅਲੀ ਬਲੈਸਡ ਕਿ ਇੱਥੇ ਆਪਾਂ ਆਏ ਹਾਂ। ਇੱਥੇ ਇਟਸ ਪੰਜਾਬ ਤੋਂ ਦੂਰ ਇੱਕ ਪੰਜਾਬ ਹੈ ਇੱਥੇ ਜੀ। ਇੱਥੇ ਆਪਣੇ ਸਾਰੇ ਫੀਲਸ ਵੈਰੀ ਗੁੱਡ ਕਿ ਰੋਜ਼ ਸ਼ਾਮ ਨੂੰ ਆਓ ਤੇ ਸਾਰੇ ਬਜ਼ੁਰਗ ਬੈਠੇ ਹੁੰਦੇ ਆ, ਇਟਸ ਅਨਦਰ ਫੀਲਿੰਗ, ਤੇ ਪੰਜਾਬ ਨੂੰ ਮਿਸ ਨਹੀਂ ਕਰਦੇ ਵਿੱਚ ਬੇਸਿਕਲੀ ਪੰਜਾਬ ਦੇ ਇੱਧਰ। ਸੋ ਇਟਸ ਗ੍ਰੇਟ, ਹੈ ਨਾ। ਤੇ ਆਈ ਫੀਲ ਪ੍ਰਾਊਡ ਕਿ ਆਪਣੇ ਬੱਚੇ ਆ ਜਿਹੜੇ ਇਸ ਸੁਸਾਇਟੀ 'ਚ ਮਤਲਬ ਦੇ ਆਰ ਬਲੈਸਡ ਕਿ ਤੁਹਾਡੇ ਬੱਚੇ ਇੱਥੇ ਸਕੂਲਾਂ 'ਚ ਲੋਕਲ ਸਕੂਲ 'ਚ ਪੜ੍ਹਦੇ ਆ ਜਾਂ ਕਿਤੇ ਹੋਰ? ਹਾਂਜੀ, ਇੱਥੇ ਲੋਕਲ ਇੱਥੇ ਕੈਡਿਕਸ ਕ੍ਰਿਕ ਸਕੂਲ 'ਚ ਆ। ਐਂਡ ਇੱਥੇ ਰਹਿ ਕੇ ਕਦੇ ਇਹ ਮਹਿਸੂਸ ਨਹੀਂ ਹੁੰਦਾ ਕਿ ਉਹਨਾਂ ਨੂੰ ਪੰਜਾਬੀ ਸਿਖਾਉਣ ਦੀ ਲੋੜ ਨਹੀਂ, ਹੈ ਨਾ। ਉਹ ਇਸ ਟਾਈਪ ਦੀ ਇਸ ਕਲਚਰ ਦੇ ਵਿੱਚ ਇਟਸ ਸਾਨੂੰ ਜ਼ਿਆਦਾ ਯੋਗਦਾਨ ਨਹੀਂ ਦੇਣਾ ਪੈਂਦਾ। ਹਾਂ, ਐਂਡ ਆਮ ਰੀਅਲੀ ਥੈਂਕਫੁਲ ਕਿ ਤੁਸੀਂ ਇੱਥੇ ਵੀ ਕਵਰੇਜ ਦੇ ਰਹੇ ਹੋ, ਹੈ ਨਾ। ਯੂ ਕਮ ਆਲ ਦਾ ਵੇ ਫਰੋਮ UK। ਥੈਂਕ ਯੂ ਵੀਰ ਜੀ। ਸਾਡੇ ਕੋਲ ਹੋਰ ਇੱਧਰ ਵੀਰ ਜੀ ਬੱਚਿਆਂ ਨੂੰ ਖਿਡਾਉਣ ਲਈ ਲੈ ਕੇ ਆ ਰਹੇ ਨੇ। ਕੀ ਹਾਲ ਚਾਲ? ਚੜ੍ਹਦੀ ਕਲਾ। ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਨਵਦੀਪ ਹੈ ਜੀ, ਨਵਦੀਪ ਸਿੰਘ। ਨਵਦੀਪ ਸਿੰਘ ਜੀ, ਬੱਚਿਆਂ ਨੂੰ ਰੋਜ਼ ਸ਼ਾਮ ਨੂੰ ਲੈ ਕੇ ਇੱਥੇ ਆਉਂਦੇ ਹੋ? ਕੋਸ਼ਿਸ਼ ਤਾਂ ਕਰੀਦੀ ਹੈ ਜੀ, ਰੋਜ਼ ਸ਼ਾਮੀ ਲੈ ਆਈਏ, ਇਸੇ ਬਹਾਨੇ ਨਾਲੇ ਸਾਡੀ ਵਾਕ ਹੋ ਜਾਂਦੀ ਹੈ ਤੇ ਨਾਲੇ ਹੋਰ ਪੰਜਾਬੀ ਬੱਚੇ ਪੰਜਾਬੀ ਬੋਲਣ ਨੂੰ ਮਿਲ ਜਾਂਦੇ ਹਨ। ਪੰਜਾਬੀ ਬੋਲਣ ਨੂੰ ਮਿਲ ਜਾਂਦੇ, ਆਪਣੇ ਕੋਈ ਹੋਰ ਮਿਲ ਜਾਂਦਾ ਬਜ਼ੁਰਗ। ਮੰਮੀ ਡੈਡੀ ਆਏ ਹੋਏ ਨੇ, ਉਹ ਉਹਨਾਂ ਦੇ ਨਾਲ ਆ ਜਾਈਦਾ, ਉਹਨਾਂ ਦਾ ਦਿਲ ਲੱਗਾ ਰਹਿੰਦਾ। ਉਹ ਇੱਥੇ ਜੋਟੀ ਬਣਾ ਕੇ 2-4 ਗੱਲਾਂ ਕਰ ਜਾਂਦੇ। ਹੁਣ ਆਏ ਹੋਏ ਨੇ ਇਸ ਵਕਤ ਇੱਥੇ? ਗੁਰਦੁਆਰਾ ਸਾਹਿਬ ਨੇ ਅੱਜ, ਨਹੀਂ ਤਾਂ ਰੋਜ਼ ਆਉਂਦੇ, ਅੱਜ ਗੁਰਦੁਆਰਾ ਸਾਹਿਬ ਚਲੇ ਗਏ। ਤੇ ਕੀ ਦੱਸਦੇ ਨੇ ਤੁਹਾਨੂੰ ਪੇਰੈਂਟਸ ਇੱਥੇ ਆ ਕੇ, ਕੀ ਕਹਿੰਦੇ ਨੇ ਗਲੈਨਵੁੱਡ 'ਚ ਰਹਿ ਕੇ? ਦੇਖੋ, ਗਲੈਨਵੁੱਡ ਤਾਂ ਉਹਨਾਂ ਨੂੰ ਲੱਗਦਾ ਕਿ ਆਪਣਾ ਮਿੰਨੀ ਪੰਜਾਬ ਹੀ ਹੈ, ਸਾਰੇ ਪੰਜਾਬੀ ਹੈਗੇ ਆਪਣੇ। ਗੁਰਦੁਆਰਾ ਸਾਹਿਬ ਦੀ ਬਾਲੀ ਮੌਜ ਆ, ਤੁਰ ਕੇ ਚਲੇ ਗਏ। ਇੱਥੇ ਆਏ ਤੇ ਇੱਥੇ ਕੋਈ ਨਾ ਕੋਈ ਮਿਲ ਜਾਂਦਾ ਇਹਨਾਂ ਨੂੰ, ਤੇ ਉਹਨਾਂ ਨੂੰ ਉੱਪਰਾ ਲੱਗਦਾ ਨਹੀਂ ਤਾਂ ਮੇਰੇ ਫਾਦਰ ਸਾਹਿਬ ਪਹਿਲਾਂ ਆਏ ਸੀ, ਉਦੋਂ ਅਸੀਂ ਪਰੇ ਰਹਿੰਦੇ ਸੀ, ਉਹਨਾਂ ਦਾ ਦਿਲ ਹੀ ਨਹੀਂ ਲੱਗਾ। ਸੋ ਕੁੱਲ ਮਿਲਾ ਕੇ ਗਲੈਨਵੁੱਡ ਜਿਹੜੀ ਆ ਮੌਜ ਜਿਹੜੀ ਹੋਰ ਕਿਸੇ ਸਵਰਬ ਦੇ ਵਿੱਚ ਨਹੀਂ ਮਿਲਣੀ। ਦੇਖੋ ਵੀਰ ਜੀ, ਜਿੰਨੀਆਂ ਕਿ ਸਬਰਮਾਂ 'ਚ ਮੈਂ ਰਿਹਾ, ਉਹਨਾਂ ਨੂੰ ਸਭ ਤੋਂ ਵਧੀਆ ਐਕਸਪੀਰੀਅੰਸ ਮੇਰਾ ਇੱਥੇ ਹੀ ਰਿਹਾ। ਇੱਕ ਤਾਂ ਸਫਾਈ ਹੈ, ਚਲੋ ਆਪਣੇ ਲੋਕ ਹੈਗੇ, ਵੱਡੀ ਗੱਲ ਹੈ। ਗੁਰਦੁਆਰਾ ਸਾਹਿਬ ਹੈਗਾ ਆਪਣਾ, ਉੱਦਾਂ ਵੀ ਸੇਫਟੀ ਵਾਈਜ਼ ਵੀ ਦੇਖਿਆ ਜਾਵੇ ਤਾਂ ਠੀਕ ਹੈ, ਸਾਰੇ ਪੱਖੋਂ ਠੀਕ ਹੈ। ਤੁਰ ਕੇ ਤੁਸੀਂ ਜਾ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਗੀ। ਤੇ ਮੇਰੇ ਹਿਸਾਬ ਨਾਲ ਵਨ ਆਫ ਦੀ ਬੈਸਟ ਸਬਰਬਸ 'ਚ ਜ਼ਰੂਰ ਆਊਗਾ ਇਹ। ਬਹੁਤ ਬਹੁਤ ਧੰਨਵਾਦ ਤੁਹਾਡਾ। ਸਾਰੀਆਂ ਵਸ ਰਹੀਆਂ ਸਿੱਖ ਸੰਗਤਾਂ ਦਾ ਧੰਨਵਾਦ ਜੋ ਤੁਸੀਂ ਇੰਨਾ ਸਮਾਂ ਕੱਢ ਕੇ ਜੋ ਗਲੈਨਵੁੱਡ ਪਿੰਡ ਜੋ ਸਿਡਨੀ ਦੇ ਵਿੱਚ, ਸਿਡਨੀ ਸਿਟੀ ਤੋਂ ਤਕਰੀਬਨ 30 ਕਿਲੋਮੀਟਰ ਦੀ ਦੂਰੀ ਤੇ ਆ, ਜਿੱਥੇ ਆਸਟ੍ਰੇਲੀਆ ਦਾ ਸਾਰਿਆਂ ਨਾਲੋਂ ਵੱਡਾ ਗੁਰਦੁਆਰਾ ਸਾਹਿਬ, ਉਸ ਪਿੰਡ ਦਾ ਤੁਹਾਨੂੰ ਟੂਰ ਕਰਾਇਆ। ਵੇਖੋ ਇੱਧਰ ਭੈਣ ਜੀ ਬੱਚਿਆਂ ਨੂੰ ਖੜਾ ਰਹੇ ਨੇ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਕੀ ਨਾਮ? ਮੇਰਾ ਨਾਮ ਰਸ਼ਮਿੰਦਰ ਕੌਰ। ਕੀ ਕਹਿਣਾ ਚਾਹੋਗੇ ਤੁਸੀਂ ਇਸ ਪੰਜਾਬੀ ਪਿੰਡ ਜਿਹੜਾ ਇਸ ਮਾਹੌਲ 'ਚ ਤੁਸੀਂ ਰੋਜ਼ ਸ਼ਾਮ ਨੂੰ ਆਉਂਦੇ ਬੱਚਿਆਂ ਨੂੰ ਲੈ ਕੇ, ਕਿਸ ਤਰ੍ਹਾਂ ਮਹਿਸੂਸ ਕਰਦੇ ਹੋ? ਇਹ ਜਿਵੇਂ ਮੇਰੇ ਹਸਬੈਂਡ ਨੇ ਕਿਹਾ ਹੈ ਕਿ ਇਹ ਵਨ ਆਫ ਦਾ ਬੈਸਟ ਸਬਰਬਸ ਹੈ। ਜਿੰਨੇ ਵੀ ਅਸੀਂ ਹੁਣ ਤੱਕ ਰਹੇ ਹਾਂ 3-4 ਸਬਰਬਸ ਦੇ ਵਿੱਚ, ਸਭ ਤੋਂ ਚੰਗਾ ਇੱਥੇ ਲੱਗਦਾ ਹੈ ਕਿ ਬੱਚੇ ਵੇਖਦੇ ਨੇ ਸਭ ਤੋਂ ਪਹਿਲਾਂ ਸਾਡੇ ਬਾਣੇ ਵਾਲਿਆਂ ਨੂੰ ਇੱਥੇ, ਕਿ ਇਹ ਸਾਡਾ ਕਲਚਰ ਹੈ, ਅਸੀਂ ਇਸ ਕਮਿਊਨਿਟੀ ਨੂੰ ਬਿਲੋਂਗ ਕਰਦੇ ਹਾਂ।
ਕੱਲ ਨੂੰ ਜਿਵੇਂ ਹੁਣ ਮੇਰੀ ਬੇਟੀ ਹੈ, ਇਹਨੂੰ ਪਤਾ ਹੈ ਕਿ ਮੈਂ ਵਾਲ ਰੱਖਣੇ ਨੇ, ਇਹ ਸਾਡਾ ਕਲਚਰ ਹੈਗਾ, ਠੀਕ ਹੈ ਜੀ। ਉਵੇਂ ਹੀ ਫਿਰ ਇਹ ਦੇਖਦੀ ਹੈ, ਜਿਵੇਂ ਇਹਦੇ ਫਾਦਰ ਸਾਹਿਬ ਨੇ ਹਜੇ ਨਹੀਂ ਰੱਖੀ ਹੈਗੇ, ਉਹ ਮਤਲਬ ਥੋੜਾ ਜਿਹਾ ਮੰਨਦੇ ਆ ਕਿ ਕੰਮ ਤੇ ਜਾਣਾ, ਬਟ ਮੈਨੂੰ ਹੈ ਕਿ ਕੱਲ ਇਹਨੂੰ ਪਤਾ ਲੱਗੇ ਕਿ ਪੱਗ ਬੰਨਣੀ ਸਾਡਾ ਸਿੱਖੀ ਦਾ ਇੱਕ ਬਹੁਤ ਵੱਡਾ ਉਹ ਪਹਿਚਾਨ ਹੈਗੀ ਹੈ। ਤਾਂ ਇਹਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਇਦਾਂ ਦੇ, ਤਾਂ ਹੀ ਸਾਡੇ ਬੱਚਿਆਂ ਨੂੰ ਪਤਾ ਲੱਗੂਗਾ ਜੇ ਅਸੀਂ ਉੱਦਾਂ ਦੀ ਕਮਿਊਨਿਟੀ 'ਚ ਵਿਚਰਾਂਗੇ। ਜੇ ਹੁਣ ਅਸੀਂ ਉੱਦਾਂ ਦੀ ਕਮਿਊਨਿਟੀ 'ਚ ਨਹੀਂ ਹੋਵਾਂਗੇ ਤੇ ਵੀ ਵੋਂਟ ਬੀ ਏਬਲ ਟੂ ਫਿਗਰ ਇਟ ਆਊਟ। ਤਾਂ ਕਰਕੇ ਮੈਨੂੰ ਤਾਂ ਆਪਣੇ ਵੱਲੋਂ ਵੈਸੇ ਹੀ, ਜਿਵੇਂ ਮੇਰੇ ਹਸਬੈਂਡ ਨੇ ਵੀ ਕਿਹਾ ਕਿ ਬਹੁਤ ਸੇਫ ਹੈ, ਤੇ ਇੱਥੇ ਤੁਸੀਂ ਰਾਤ 8-9 ਵੱਜ ਜਾਂਦੇ ਆ, ਬੜੇ ਆਰਾਮ ਨਾਲ ਰਿਲੈਕਸ ਹੋ ਕੇ ਰਹੀਦਾ, ਕੋਈ ਇਦਾਂ ਨਹੀਂ ਲੱਗਦਾ ਹੈਗਾ ਕਿ ਬਈ ਕੋਈ ਡਰ ਹੈ। ਜਿਵੇਂ ਸਮ ਆਫ ਦਾ ਸਬਰਬਸ ਹੈਗੇ ਨੇ ਕਿ ਥੋੜੇ ਡਰੱਗੀ ਵਗੈਰਾ ਹੁੰਦੇ ਨੇ, ਉੱਦਾਂ ਦਾ ਇੱਥੇ ਕੁਝ ਵੀ ਨਹੀਂ ਹੈਗਾ, ਬੱਚਿਆਂ ਲਈ ਵੀ ਸੇਫ ਲੱਗਦਾ ਹੈ। ਹਾਂਜੀ, ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ ਭੈਣ ਜੀ। ਹਾਂਜੀ, ਤੁਸੀਂ ਦੱਸੋਗੇ ਆਪਣਾ ਨਾਂ ਤੇ ਤੁਸੀਂ ਕੀ ਕੰਮ ਕਰਦੇ ਆ, ਕਦੋਂ ਤੋਂ ਆਏ ਆ? ਹਰਨਾਮ ਦਾਸ ਅਰੋੜਾ ਹਾਂ ਜੀ, ਠੀਕ ਹੈ। ਤੇ ਅੱਜ ਤੋਂ 2007 ਤੱਕ ਮੈਂ ਇੰਡੀਆ 'ਚ ਰਿਹਾ ਹਾਂ, ਦਿੱਲੀ 'ਚ ਕਾਰ ਐਜ਼ ਲੈਕਚਰਰ ਕੈਮਿਸਟਰੀ ਦਾ। ਫਿਰ ਅਸੀਂ ਇੱਥੇ ਸ਼ਿਫਟ ਹੋ ਗਏ, ਔਰ ਪਹਿਲੇ ਨਿਊ ਟਾਊਨ ਸਿਟੀ ਸੀ, ਉੱਥੇ ਸਾਨੂੰ ਦਿਖਦਾ ਹੀ ਨਹੀਂ ਸੀ, ਬਈ ਕੋਈ ਇੰਡੀਅਨ ਦਿਖਾਈ ਦਿੰਦਾ ਹੀ ਨਹੀਂ ਸੀ। ਫਿਰ ਉਹ 2 ਸਾਲ ਉੱਥੇ ਰਹੇ, ਉਸ ਤੋਂ ਬਾਅਦ ਇੱਥੇ ਆ ਗਏ ਗਲੈਨਵੁੱਡ। ਗਲੈਨਵੁੱਡ ਤਾਂ ਬਸ ਜੀ ਪੁੱਛੋ ਨਾ, ਗੁਰਦੁਆਰਾ ਸਾਹਿਬ ਦੇ ਹੋਣ ਦੀ ਵਜ੍ਹਾ ਨਾਲ ਅਸੀਂ ਦੋਨੋਂ ਇਕੱਲੇ ਹੀ ਰਹਿੰਦੇ ਹਾਂ, ਔਰ ਬਹੁਤ ਲਾਈਫ ਬੜੀ ਸੋਹਣੀ ਚੱਲ ਰਹੀ ਹੈ ਇੱਥੇ। ਤੇ ਤੁਸੀਂ ਇੱਥੇ ਫਿਰ ਕਿਸ ਤਰ੍ਹਾਂ ਆਪਣਾ ਟਾਈਮ ਪਾਸ ਕਰਦੇ ਹੋ? ਟਾਈਮ ਪਾਸ ਕਰਨ ਦੀ ਗੱਲ ਹੈ, ਬਹੁਤ ਵਧੀਆ ਟਾਈਮ ਸਾਡਾ ਪਾਸ ਹੋ ਜਾਂਦਾ ਹੈ। ਤੇ ਸਵੇਰੇ ਆਪਣਾ ਅਸੀਂ ਚੱਲ ਜਾਂਦੇ ਹਾਂ 9-9:30 ਦੇ ਗੁਰਦੁਆਰੇ ਸਾਹਿਬ ਚਲੇ ਜਾਂਦੇ ਹਾਂ, ਜੋ ਥੋੜ੍ਹੀ ਬਹੁਤੀ ਸੇਵਾ ਹੁੰਦੀ ਹੈ 11 ਵਜੇ ਤੱਕ ਸੇਵਾ ਕਰਦੇ ਹਾਂ, ਘਰ ਆ ਜਾਂਦੇ ਹਾਂ, ਥੋੜ੍ਹਾ ਰੈਸਟ ਕੀਤਾ। ਫਿਰ ਮੇਰਾ ਜਿਹੜਾ ਹੈ ਥੋੜ੍ਹਾ ਟਿਊਟਰਿੰਗ ਦਾ ਕੰਮ ਇੱਥੇ ਹੈਗਾ, ਮੈਂ ਇੱਥੇ ਬੱਚਿਆਂ ਨੂੰ ਮੈਥਮੈਟਿਕ ਔਰ ਸਾਇੰਸ ਪੜ੍ਹਾਉਂਦਾ ਵਾਂ। ਬਸ ਪੂਰੀ ਮੌਜ ਹੈ ਜੀ, ਟਾਈਮ ਪਾਸ ਹੋ ਜਾਂਦਾ ਬੜਾ ਵਧੀਆ। ਤੇ ਤੁਹਾਡੇ ਬੱਚੇ ਕੀ ਕਰਦੇ? ਮੇਰੇ ਇੱਥੇ 2 ਬੱਚੇ ਨੇ ਜੀ, ਇੱਕ ਹੈਗਾ ਡਾਕਟਰ ਔਰ ਇੱਕ ਸੌਫਟਵੇਅਰ ਇੰਜੀਨੀਅਰ ਹੈ। ਉਹ ਸਭ ਆਪਣਾ ਅਲੱਗ-ਅਲੱਗ ਨੇ, ਅਲੱਗ ਆਪਣੇ ਘਰ। ਅਸੀਂ ਦੋਨੋਂ ਮੀਆਂ ਬੀਵੀ ਇੱਥੇ ਰਹਿੰਦੇ ਹਾਂ। ਹਾਂਜੀ, ਥੈਂਕ ਯੂ ਜੀ। ਭੈਣ ਜੀ ਤੁਸੀਂ ਦੱਸੋ ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਜੀ ਆਸ਼ਾ ਹੈ। ਅਸੀਂ ਗਲੈਂਡਵੁੱਡ ਰਹਿੰਦੇ ਹਾਂ, ਗੁਰਦੁਆਰਾ ਜਾਂਦੇ ਹਾਂ, ਸੇਵਾ ਕਰਦੇ ਹਾਂ, ਬਾਬਾ ਦੀ ਖੁਸ਼ੀਆਂ ਲੈਂਦੇ ਹਾਂ। ਘਰ ਆ ਕੇ ਮੈਂ ਕੰਪਿਊਟਰ ਬਹਿ ਜਾਂਦੀ, ਥੋੜ੍ਹਾ ਕੰਮ ਕਰ ਲਿਆ, ਘਰ ਦਾ ਕੰਮ ਕਰ ਲਿਆ, ਬਸ ਪਾਰਕ ਆ ਗਿਆ, ਪਾਰਕ ਸੈਰ ਸੁਰ ਕਰ ਲਈ। ਬਸ ਇੱਥੇ ਲੋਕ ਬਹੁਤ ਅੱਛੇ ਨੇ, ਬੜਾ ਅੱਛਾ ਲੱਗੇ। ਇੰਡੀਆ ਨੇ ਸਾਨੂੰ ਇਹ ਅੱਛਾ ਕੰਟਰੀ ਲੱਗੀ। ਤੇ ਤੁਹਾਡੇ ਜਿਹੜੇ ਗੋਡਿਆਂ ਦਾ ਆਪਰੇਸ਼ਨ ਜਿਹੜੇ ਕਰ ਰਹੇ ਨੇ ਡਾਕਟਰ ਸਾਹਿਬ, ਉਹਨਾਂ ਬਾਰੇ ਦੱਸੋ ਜਰਾ। ਡਾਕਟਰ ਸੁਨਰ ਬਹੁਤ ਅੱਛਾ ਡਾਕਟਰ ਜੀ, ਗੋਡਿਆਂ ਦਾ ਉਹਨਾਂ ਨੇ ਮੇਰਾ ਆਪਰੇਸ਼ਨ ਕਰਨਾ ਹੈ, 26 ਨੂੰ ਕਰਨਾ ਹੈ। ਅੱਗੋਂ ਦੇਖੋ ਬਾਬਾ ਜੀ ਮੌਜ ਹੈ, ਕਿਸ ਤਰ੍ਹਾਂ ਕੀ ਹੋਏਗਾ। ਵੈਸੇ ਅੱਛਾ ਹੀ ਕਰਦੇ ਨੇ, ਕਹਿੰਦੇ ਕਾਫੀ ਲੋਕ ਉਹਨਾਂ ਕੋਲ ਕਰਵਾਉਂਦੇ ਨੇ। ਐਕਚੁਅਲੀ ਜਿਹੜੇ ਡਾਕਟਰ ਪਵਿੱਤਰ ਸਿੰਘ ਸੁਨਾਰ, ਇਹ ਇੱਥੇ ਆਰਥੋਪੈਡਿਕ ਸਰਜਨ, ਇਕੱਲੇ ਹੀ ਸਿੱਖ ਸਰਜਨ ਇਹੋ ਜਿਹੇ ਨੇ ਜਿਹੜੇ ਦੋਨੋਂ ਗੋਡਿਆਂ ਦਾ ਇਕੱਠਾ ਆਪਰੇਸ਼ਨ ਕਰਦੇ ਨੇ, ਜਦ ਕਿ ਉਹਨਾਂ ਨੂੰ ਇਹਦੇ ਵਿੱਚ $2000 ਦਾ ਘਾਟਾ ਵੀ ਪੈਂਦਾ। ਪਰ ਉਹ ਕਹਿੰਦੇ ਵੀ ਇਹਦੇ ਵਿੱਚ ਕੀ ਹੈ, ਵੀ ਬਜ਼ੁਰਗਾਂ ਨੂੰ ਇੱਕੋ ਵਾਰੀ ਤਕਲੀਫ ਸਹਿਣੀ ਪੈਂਦੀ ਹੈ, ਤੇ ਉਹਨਾਂ ਦੇ ਆਪਰੇਸ਼ਨ ਇੰਨੇ ਕਾਮਯਾਬ ਨੇ ਕਿ ਸਾਡੀ ਕਮਿਊਨਿਟੀ 'ਚ ਮੇਰੇ ਹਿਸਾਬ ਦੇ ਨਾਲ 100-150 ਤੋਂ ਜ਼ਿਆਦਾ ਆਪਰੇਸ਼ਨ ਦੋਨੋਂ ਗੋਡਿਆਂ ਦੇ ਇਕੱਠੇ ਉਹ ਕਰ ਚੁੱਕੇ ਨੇ। ਗੁਰੂ ਪਿਆਰਿਓ, ਜਿਸ ਤਰ੍ਹਾਂ ਤੁਹਾਨੂੰ ਦੱਸ ਰਹੇ ਸੀ ਕਿ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਪੰਜਾਬੀ ਦੀਆਂ ਕਲਾਸਾਂ ਜਿਹੜੀਆਂ ਉਹ ਹਰੇਕ ਸੈਟਰਡੇ ਸੰਡੇ ਲੱਗਦੀਆਂ ਨੇ। ਇਸ ਤਰ੍ਹਾਂ ਹੀ ਅਸੀਂ ਜਿੱਦਾਂ ਵੀਰ ਸਰਤਾਜ ਨਾਲ ਗੱਲ ਕਰ ਰਹੇ ਸੀ, ਇਹਨਾਂ ਦਾ ਬੇਟਾ ਵੀ ਨਾਲ ਰੋਜ਼ ਇੱਥੇ ਆਉਂਦਾ, ਤੇ ਇਹ ਦੱਸ ਰਿਹਾ ਬੜੀ ਖੁਸ਼ੀ ਨਾਲ ਕਿ ਮੈਨੂੰ ਬਹੁਤ ਸੋਹਣੀ ਪੰਜਾਬੀ ਆਉਂਦੀ ਆ। ਇਹ ਹੁਣ ਦੱਸੇਗਾ ਆਪਣੇ ਆਪ ਬੋਲ ਕੇ। ਕੀ ਨਾਂ ਤੇਰਾ ਪੁੱਤਰ? ਮੇਰਾ ਨਾਮ ਗੁਰਤਾਜ ਹੈ ਜੀ। ਵੈਰੀ ਗੁੱਡ। ਤੇ ਕਿਹੜੇ ਸਕੂਲ ਪੜ੍ਹਦਾ ਪੁੱਤ? ਮੈਂ ਕੈਡੀਜ਼ ਕ੍ਰੀਕ ਪਬਲਿਕ ਸਕੂਲ ਜਾਂਦਾ ਹੈ। ਸ਼ਾਬਾਸ਼। ਕਿਹੜੀ ਕਲਾਸ ਦੇ ਵਿੱਚ? ਮੈਂ ਈਅਰ 6 ਚ ਆਇਆ ਨਾ। ਸ਼ਾਬਾਸ਼। ਤੇ ਪੰਜਾਬੀ ਤੈਨੂੰ ਪੜ੍ਹਨੀ ਲਿਖਣੀ ਆਉਂਦੀ ਆ? ਮੈਂ ਕਹਿ ਸਕਦਾ ਪਰ ਲਿਖ ਨਹੀਂ ਸਕਦਾ। ਤੇ ਤੂੰ ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਕਲਾਸਾਂ ਲੱਗਦੀਆਂ ਨੇ, ਉੱਥੇ ਪੁੱਤ ਰੋਜ਼ ਵੀਕਐਂਡ ਤੇ ਜਾਇਆ ਕਰੇਗਾ? ਹਾਂਜੀ ਜੀ। ਸ਼ਾਬਾਸ਼, ਗੁੱਡ। ਤੇ ਹੋਰ ਤੈਨੂੰ ਪੰਜਾਬੀ 'ਚ ਕੀ ਆਉਂਦਾ ਵਾ? ਤੂੰ ਕੁਛ ਗਾ ਕੇ ਜਾਂ ਤੈਨੂੰ ਕੀ ਬੋਲ ਕੇ ਦੱਸੇਗਾ? ਜਿਹੜੀਆਂ ਸਿੱਖ ਸੰਗਤਾਂ ਵੇਖ ਰਹੀਆਂ ਨੇ ਵਿਦੇਸ਼ਾਂ ਦੇ ਵਿੱਚ, ਤੂੰ ਉਹਨਾਂ ਨੂੰ ਕੀ ਸੁਣਾਏਗਾ? ਪਾਠ ਆਉਂਦਾ ਤੈਨੂੰ? ਸ਼ਾਬਾਸ਼। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੇਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚਣਾ ਹੋਏ ਜੇ ਸੋਚੇ ਲਖਵਾਰ ਚੁੱਪਿਆ ਚੁੱਪ ਨਾ ਉਤਰੇ। ਵਧੀਆ ਗੱਲ ਆ ਜੀ, ਬੜੀ ਖੁਸ਼ੀ ਵਾਲੀ ਗੱਲ ਆ। ਬੱਚਿਆਂ ਨੂੰ ਸ਼ਾਬਾਸ਼ ਜਿੱਥੇ ਜਾਂਦੀ ਹੈ ਉੱਥੇ ਪੇਰੈਂਟਸ ਨੂੰ, ਮਾਪਿਆਂ ਨੂੰ ਵੀ ਸ਼ਾਬਾਸ਼ ਕਹਿਣਾ ਬਣਦਾ ਵਾ। ਆਪਦੇ ਬੱਚਿਆਂ ਨੂੰ ਗੁਰਬਾਣੀ ਨਾਲ, ਸਿੱਖੀ ਨਾਲ ਜੋੜ ਕੇ ਰੱਖੋ,
ਪੰਜਾਬੀ ਮਾਂ ਬੋਲੀ ਨਾਲ ਜੋੜ ਕੇ ਰੱਖੋ ਬੱਚਿਆਂ ਨੂੰ, ਕਿਉਂਕਿ ਇੰਗਲਿਸ਼ ਜਿਹੜੀ ਆ ਅੰਗਰੇਜ਼ੀ ਆ ਇਹ ਤਾਂ ਇਹਨਾਂ ਨੇ ਸਿੱਖ ਲੈਣੇ। ਉਰੇ ਆ ਤੂੰ ਵੀ ਆ ਪੁੱਤਰ, ਉਰੇ ਆ। ਤੇਰਾ ਕੀ ਨਾਮ ਆ? ਗੁਰਵੀਰ। ਗੁਰਵੀਰ? ਚੱਲ ਤੂੰ ਊੜਾ ਆੜਾ ਸੁਣਾ। ਊੜਾ ਆੜਾ ਆਉਂਦਾ? ਨਹੀਂ। ਚਲੋ ਇਹ ਹੁਣ ਦੋਵੇਂ ਬੱਚੇ ਨੇ ਵਾਅਦਾ ਕੀਤਾ ਵਾ ਇਹਨਾਂ ਨੇ ਕਿ ਪੰਜਾਬੀ ਸਿੱਖਣ ਜਾਇਆ ਕਰਨਗੇ, ਜੋ ਕਿ 12 ਐਤਵਾਰ ਨੂੰ ਆ। ਸੋ ਅਖੀਰ ਦੇ ਵਿੱਚ ਸਿੱਖ ਚੈਨਲ ਯੂਕੇ ਦੀ ਟੀਮ, ਜੋ ਸਾਡੇ ਵੀਰ ਜਗਤਾਰ ਸਿੰਘ, ਸਾਡੇ ਵੀਰ ਲਾਲੀ ਕੈਮਰਾਮੈਨ, ਤੇ ਸਿਡਨੀ ਦੇ ਸਰ ਵਰਿੰਦਰ ਸਿੰਘ ਰੂਮੀ, ਇਹਨਾਂ ਦੀ ਤੇ ਸਰਦਾਰ ਬੱਲ, ਜੋ ਕਿ ਇਸ ਚੈਨਲ ਦੇ ਸਿੱਖ ਚੈਨਲ ਯੂਕੇ ਦੇ ਕਰਤਾ ਧਰਤਾ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਦਿਲ ਦੀਆਂ ਗਹਿਰਾਈਆਂ ਚੋਂ। ਜੋ ਸਿੱਖੀ ਦੀ ਸੇਵਾ, ਪੰਜਾਬੀਅਤ ਦੀ ਸੇਵਾ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਨਿਭਾਉਂਦੇ ਹੋ ਤੇ ਕਵਰੇਜ ਕਰਦੇ ਹੋ। ਦੁਬਾਰਾ ਫੇਰ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।